हाँ जी प्यारे साथियों, सत श्री अकाल साਰਿਆਂ ਨੂੰ ਸਵਾਗਤ ਆ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ ਤੇ ਆਪਾਂ ਕਰਦੇ ਪਏ ਆ ਜਿਵੇਂ ਤੁਹਾਨੂੰ ਸਭ ਨੂੰ ਪਤਾ ਕਿ 8th ਕਲਾਸ ਦੀ ਜੀਓਗ੍ਰਾਫੀ ਆਪਾਂ ਕਰਦੇ ਪਏ ਆ। ਠੀਕ ਆ, ਜਿਹਦੇ ਵਿੱਚ ਆਪਾਂ ਪਹਿਲਾ ਚੈਪਟਰ ਆਲਰੇਡੀ ਕਰ ਚੁੱਕੇ ਆ ਤੇ ਦੂਜਾ ਚੈਪਟਰ ਆਪਣਾ ਚੱਲਦਾ ਪਿਆ ਵਾ। ਇਹਦੇ ਵਿੱਚ ਆਪਾਂ ਜਲ ਦੇ ਬਾਰੇ ਕਿਉਂਕਿ ਇਸ ਚੈਪਟਰ ਦੇ ਵਿੱਚ ਕਿੰਨੇ ਹੀ ਟੌਪਿਕ ਜਿਹੜੇ ਆ ਡਿਸਕਸ ਕੀਤੇ ਗਏ ਆ। ਇਹਦੇ ਵਿੱਚ ਇੱਕ ਤਾਂ ਜਲ ਦੇ ਬਾਰੇ ਆਪਾਂ ਕਰ ਚੁੱਕੇ ਆ, ਇਸ ਤੋਂ ਪਹਿਲਾਂ ਮਿੱਟੀ ਬਾਰੇ ਪੜ੍ਹਿਆ ਆਪਾਂ, ਉਹਦੀ ਉਪਜਾਊ ਸ਼ਕਤੀ ਬਾਰੇ। ਉਸ ਤੋਂ ਬਾਅਦ ਪਾਣੀ ਬਾਰੇ, ਮਹਾਸਾਗਰਾਂ ਬਾਰੇ, ਲਵਣ ਜਲ ਕੀ ਹੁੰਦਾ ਉਹਦੇ ਬਾਰੇ ਮੈਂ ਤੁਹਾਨੂੰ ਦੱਸਿਆ ਹਨਾ। ਇਸੇ ਹੀ ਚੈਪਟਰ ਦਾ ਅਗਲਾ ਪਾਰਟ ਜਿਹੜਾ ਹੈਗਾ ਵਾ ਉਹ ਹੈਗਾ ਵਾ ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ। ਠੀਕ ਆ, ਇਹਦੇ ਬਾਰੇ ਅੱਜ ਆਪਾਂ ਪੜ੍ਹਨਾ। ਉਸ ਤੋਂ ਪਹਿਲਾਂ ਇੱਕ ਮੈਂ ਤੁਹਾਨੂੰ ਜਿਹੜੇ ਬੱਚੇ ਕਮੈਂਟ ਕਰਦੇ, ਇੱਕ ਤਾਂ ETT ਵਾਲੀਆਂ ਕੁੜੀਆਂ ਕਮੈਂਟ ਕਰੀ ਜਾਂਦੀਆਂ ਵੀ ਦੀਦੀ ETT ਦਾ ਕਰਵਾਓ ਹੈ। ਉਸ ਤੋਂ ਬਾਅਦ SST ਮਾਸਟਰ ਕੈਡਰ ਵਾਲੇ ਵੀ ਕਰੀ ਜਾਂਦੇ ਹਨਾ। ਉਸ ਤੋਂ ਬਾਅਦ ਇੱਕ ਚੀਜ਼ ਹੋਰ ਵੀ ਆਪਾਂ ਕੀ ਸਟਾਰਟ ਕੀਤਾ ਹੋਇਆ ਵਾ, ਕਰਾਉਣਾ ਮੈਂ ਸਾਰਾ ਕੁਝ ਹੀ ਆ। ਮਤਲਬ ਮੈਂ ਕਰਵਾ ਰਹੀ ਹਾਂ ਸਿਰਫ ਤੇ ਸਿਰਫ SST। ਦੇਖੋ ਹੁਣ SST ਦੇ ਵਿੱਚ ਸਾਡੇ 3 ਸਬਜੈਕਟ ਮੇਨ ਆ ਜਾਂਦੇ ਆ, ਜਿਓਗ੍ਰਾਫੀ, ਹਿਸਟਰੀ ਤੇ ਪੋਲੀਟੀਕਲ ਸਾਇੰਸ। ਪਰ ਜਦੋਂ ਅਸੀਂ PSTET ਦੀ ਗੱਲ ਕਰਦੇ ਆ ਤੇ ਉਹਦੇ ਵਿੱਚ ਅਸੀਂ ਪੈਡਾਗੋਜੀ ਵੀ ਕਰਨੀ ਆ। ਠੀਕ ਆ, ਫਿਰ ਅਸੀਂ ਪੁਰਾਣੇ ਪੇਪਰ PYQ ਵੀ ਕਰਨਾ ਵਾ। ਹੁਣ ਤੁਸੀਂ ਦੇਖੋ ਵੀ ਮੈਂ ਕਿਸੇ ਅਕੈਡਮੀ ਦੇ ਨਾਲ ਸੰਬੰਧਿਤ ਤਾਂ ਹੈ ਨਹੀਂ, ਮੈਂ ਕੱਲੀ ਆ, ਮੇਰਾ ਪਰਸਨਲ ਚੈਨਲ ਆ, ਕਰਾਉਣਾ ਮੈਂ ਸਾਰਾ ਕੁਝ ਹੀ ਆ। ਤੁਸੀਂ ਥੋੜਾ ਜਿਹਾ ਧੀਰਜ ਬਣਾ ਕੇ ਚੱਲੋ, ਮੈਂ ਸਾਰਾ ਕੁਝ ਹੀ ਕਰਵਾਉਣਾ ਵਾ। ਠੀਕ ਆ, ਵੀ ਮਤਲਬ ਹਫਲਾ ਦਫਲੀ ਜੀ ਨਹੀਂ ਮੈਂ ਕਰਨੀ ਤੇ ਨਾ ਹੀ ਮੈਂ ਚਾਹੁੰਦੀ ਆ ਕਿ ਤੁਸੀਂ ਕਰੋ। ਆਪਾਂ ਸਾਰਾ ਕੁਝ ਹੀ ਕਰਨਾ ਵਾ, ਥੋੜਾ ਧੀਰਜ ਦੇ ਨਾਲ ਚੱਲੋ। ਹੌਲੀ ਹੌਲੀ ਆਪਾਂ ਸਭ ਕੁਝ ਹੀ ਜਿਹੜਾ ਵਾ SST ਦਾ ਜਿਹੜਾ ਜੋ ਵੀ ਆਪਾਂ ਨੇ ਨਿਬੇੜ ਲੈਣਾ ਵਾ। ਜਿਹੜੇ ਬੱਚੇ ETT ਵਾਲੇ ਆ, ਪੇਪਰ 1 ਵਾਲੇ, ਜਿਓਗ੍ਰਾਫੀ ਦੇ ਬਹੁਤ ਸਾਰੇ ਪੁਆਇੰਟ, ਹੁਣ ਜਿਹੜਾ ਆ ਮੈਂ ਕਰਵਾ ਰਹੀ ਆ ਇਹ EVS ਦੇ ਨਾਲ ਸੰਬੰਧਿਤ ਵੀ ਆ। ਜਿਓਗ੍ਰਾਫੀ ਦੇ ਬਹੁਤ ਸਾਰੇ ਪੁਆਇੰਟ ਜਿਹੜੇ ਆ ਤੁਹਾਨੂੰ ਪੁੱਛ ਲਏ ਜਾਂਦੇ ਆ EVS ਦੇ ਵਿੱਚ। ਸੋ ਜਿਓਗ੍ਰਾਫੀ ਦੀਆਂ ਕਲਾਸਾਂ ਤੁਸੀਂ ਦੇਖੋ, ਮੇਰੀਆਂ ਬਹੁਤ ਸਾਰੀਆਂ ਜਿਓਗ੍ਰਾਫੀ ਦੀਆਂ ਕਲਾਸਾਂ ਪਈਆਂ ਆ ਮੇਰੀਆਂ YouTube ਤੇ, ਪਲੇਲਿਸਟ ਬਣੀ ਪਈ ਆ। ਠੀਕ ਆ, ਉਸ ਤੋਂ ਬਾਅਦ ਵੇਖੋ ਵੀ ਹਰ ਸੰਡੇ ਮੈਂ ਪੈਡਾਗੋਜੀ ਕਰਵਾਉਣੀ ਆ। ਇੱਕ ਸੰਡੇ ਮੈਂ ਪੈਡਾਗੋਜੀ ਕਰਵਾ ਚੁੱਕੀ ਆ। ਕੱਲ ਜਿਹੜਾ ਸੰਡੇ ਆਉਣ ਵਾਲਾ, ਕੱਲ ਵੀ ਆਪਣੀ ਪੈਡਾਗੋਜੀ ਦੀ ਕਲਾਸ ਹੋਊਗੀ, ਕੱਲ ਵਾਲੇ ਸੰਡੇ ਹਨਾ। ਤੇ ਵੈਸੇ ਮੈਂ ਸੋਚ ਰਹੀ ਆ ਵੀ PYQ ਵੀ ਨਾਲ ਦੀ ਨਾਲ ਸ਼ੁਰੂ ਕੀਤਾ ਜਾਵੇ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਆਪਾਂ ਥਿਊਰੀ ਕਰੀ ਜਾਈਏ ਤੇ ਸ਼ਨੀਵਾਰ ਆਪਾਂ PYQ ਕਰ ਲਿਆ ਕਰੀਏ ਤੇ ਸੰਡੇ ਤੇ ਆਪਣੀ ਪੈਡਾਗੋਜੀ ਹੁੰਦੀ ਹੀ ਹੁੰਦੀ ਆ। ਸੋ ਤੁਸੀਂ ਥੋੜਾ ਜਿਹਾ ਨਾ ਕੰਪਰੋਮਾਈਜ਼ ਕਰਿਆ ਕਰੋ ਮੇਰੇ ਨਾਲ ਵੀ। ਤੁਹਾਨੂੰ ਪਤਾ ਵੀ ਮੈਂ ਇਕੱਲੀ ਆ ਤੇ ਇੱਕ ਬੰਦਾ ਸਾਰਾ ਕੁਝ ਔਖਾ ਆ ਨਾ, ਤੇ ਫਿਰ ਵੀ ਮੈਂ ਮੈਨੇਜ ਕਰ ਰਹੀ ਆ ਹਨਾ। ਵੀ ਹੁਣ ਜਿਵੇਂ ਤੁਹਾਨੂੰ ਪਤਾ ਵੀ ਦਿਨ ਛੋਟੇ ਆ, ਸਰਦੀਆਂ ਦੇ ਦਿਨ ਆ, ਹੁਣ ਕੁਛ ਹੋਰ 10-15 ਦਿਨ ਸਰਦੀ ਰਹਿ ਗਈ ਆ ਹਨਾ। ਤੇ ਹੌਲੀ ਹੌਲੀ ਦਿਨ ਖੁੱਲੇ ਹੋ ਜਾਣਗੇ, ਦਿਨ ਵੱਡੇ ਹੋ ਜਾਣਗੇ। ਫਿਰ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ 2 ਤੋਂ 3 ਕਲਾਸਾਂ ਅਪਲੋਡ ਕਰ ਦਿਆ ਕਰੀਏ ਹਨਾ। ਪਰ ਤੁਸੀਂ ਮੇਰੇ ਨਾਲ ਥੋੜਾ ਜਿਹੜਾ ਵਾ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਕਰਾਉਣਾ ਮੈਂ ਸਾਰਾ ਕੁਝ ਹੀ ਆ। ਤੇ ਇੱਕ ਮੈਂ ਪੋਲਿਟੀ ਦੀ 8ਵੀਂ ਕਲਾਸ ਦੀ ਪੋਲਿਟੀ ਸਟਾਰਟ ਕੀਤੀ ਹੋਈ ਹੈ। ਜਿਨ੍ਹਾਂ ਬੱਚਿਆਂ ਨੇ ਉਹ ਕਲਾਸ ਨਹੀਂ ਦੇਖੀ ਜ਼ਰੂਰ ਦੇਖੋ। 8ਵੀਂ ਕਲਾਸ ਦੀ ਪੋਲਿਟੀ ਜਿਹੜੀ ਆ ਸਟਾਰਟ ਕੀਤੀ ਆ NCERT ਦੇ ਅਕੋਰਡਿੰਗ ਆ, ਜਿਹਦੇ ਵਿੱਚ ਮੈਂ ਐਂਡ ਤੋਂ ਚੈਪਟਰ ਸਟਾਰਟ ਕੀਤੇ ਆ। 10ਵਾਂ ਚੈਪਟਰ ਇਹਦਾ ਆਪਾਂ ਪਹਿਲਾਂ ਸਟਾਰਟ ਕਰ ਚੁੱਕੇ ਆ। ਇਹਦੇ ਵਿੱਚ ਕੁਝ ਜਿਹੜੇ ਆਪਣੇ ਲਾਅ ਕਾਨੂੰਨ ਆ, ਕੁਝ ਸਮਾਜਿਕ ਕਾਨੂੰਨ, ਉਹਦੇ ਬਾਰੇ ਆਪਾਂ ਗੱਲ ਕੀਤੀ ਆ। ਠੀਕ ਹੈ, ਇਸ ਤੋਂ ਬਾਅਦ ਇਸੇ ਹੀ ਚੈਪਟਰ ਦਾ ਅਗਲਾ ਪਾਰਟ ਹੈ ਭੂਪਾਲ ਗੈਸ ਤਰਾਸਦੀ। ਠੀਕ ਆ, ਉਹ ਟੌਪਿਕ ਆਪਾਂ ਪੜ੍ਹਨਾ ਅਗਲੀ ਵੀਡੀਓ ਦੇ ਵਿੱਚ। ਤੇ ਨਾਲ ਦੀ ਨਾਲ ਆਪਾਂ ਜਿਹੜਾ ਵਾ ਇਹ ਜਿਹੜਾ ਇੱਕ ਸਾਈਡ ਤੇ ਇਹ ਜਿਹੜੀ ਸੀਰੀਜ਼ ਚੱਲਦੀ ਪਈ ਆ, ਇੱਕ ਸਾਈਡ ਤੇ ਆਪਣੀ ਜਿਓਗ੍ਰਾਫੀ ਦੀ ਸੀਰੀਜ਼ ਚੱਲਦੀ ਪਈ ਆ ਤੇ ਇੱਕ ਸਾਈਡ ਤੇ ਆਪਣੀ ਹਿਸਟਰੀ ਦੀ ਸੀਰੀਜ਼ ਵੀ ਚੱਲਦੀ ਪਈ ਹੈ, ਜਿਹਦੇ ਵਿੱਚ ਆਪਾਂ 6ਵੇਂ ਚੈਪਟਰ ਤੇ ਜਿਹੜਾ ਵਾ ਪਹੁੰਚੇ ਹੋਏ ਆ। ਠੀਕ ਆ, ਉਸ ਤੋਂ ਬਾਅਦ ਅਗਲਾ ਜਿਹੜਾ ਪੁਆਇੰਟ ਆ ਉਹ ਹੈਗਾ ਵਾ ਬਸ। ਹਾਂ ਠੀਕ ਆ, ਤੁਸੀਂ ਮਤਲਬ 3 ਤਰ੍ਹਾਂ ਦੀ ਸੀਰੀਜ਼ ਮੇਰੇ ਚੱਲਦੀ ਪਈ ਆ। ਮੈਂ ਤੁਹਾਨੂੰ ਇੱਕ ਵਾਰੀ ਰਿਵਾਈਜ਼ ਕਰਵਾ ਦਿੰਨੀ ਆ। 6th ਕਲਾਸ ਦੀ ਜਿਓਗ੍ਰਾਫੀ 1 ਲਾਈਨਰ ਕੀਤੀ ਸੀ, ਚੈਪਟਰ ਨਹੀਂ ਸੀ ਰੀਡ ਕੀਤੇ, ਇਹਨੂੰ ਮੈਂ ਦੁਬਾਰੇ ਕਰਾਉਣਾ ਵਾ। ਸੁਣ ਲਓ ਧਿਆਨ ਨਾਲ, ਫਿਰ ਤੁਸੀਂ ਨਾ ਕਨਫਿਊਜ਼ ਬਹੁਤ ਹੁੰਦੇ ਹੋ, ਕਮੈਂਟ ਕਰਕੇ ਤੁਸੀਂ ਪੁੱਛਦੇ ਹੋ। ਹੁਣ ਤੁਸੀਂ ਸਮਝ ਲਿਓ ਧਿਆਨ ਨਾਲ। NCERT ਤੋਂ SST ਕਰਾਉਣੀ ਆ ਮੈਂ ਸਾਰੀ, ਇਹ ਤਾਂ ਤੁਹਾਨੂੰ ਪਤਾ ਨਾ। 6ਵੀਂ ਕਲਾਸ ਦੀ 1 ਲਾਈਨਰ ਕਰਵਾਈ ਸੀ, ਇਹਦੇ ਆਪਾਂ ਚੈਪਟਰ ਰੀਡ ਕਰਾਂਗੇ, ਇਹਨੂੰ ਆਪਾਂ ਦੁਬਾਰਾ ਕਰਾਂਗੇ। ਪਰ ਜਿਹੜੀ 7ਵੀਂ ਕਲਾਸ ਦੀ ਜਿਓਗ੍ਰਾਫੀ ਆ ਮੈਂ ਆਲਰੇਡੀ ਕਰਵਾ ਚੁੱਕੀ ਆ, ਪੂਰੇ ਚੈਪਟਰ ਰੀਡ ਕਰਕੇ ਕੰਪਲੀਟ ਆ, ਪਲੇਲਿਸਟ ਬਣੀ ਪਈ ਆ। 8ਵੀਂ ਕਲਾਸ ਦੀ ਚੱਲਦੀ ਪਈ ਆ ਇਹ ਵਾਲੀ। ਠੀਕ ਹੈ, ਇਹ ਆਪਣੀ ਚੱਲਦੀ ਪਈ ਆ ਤੇ ਇਹਦੇ ਨਾਲ ਹੀ 7ਵੀਂ ਕਲਾਸ ਦੀ ਹਿਸਟਰੀ ਜਿਹੜੀ ਆਪਣੀ
ਚੱਲਦੀ ਪਈ ਆ 6ਵੇਂ ਚੈਪਟਰ ਤੇ ਆਪਾਂ ਪਹੁੰਚ ਚੁੱਕੇ ਆ। ਮੰਨ ਕੇ ਚਲੋ 6ਵੀਂ ਦੀ ਜਿਓਗ੍ਰਾਫੀ ਕਰਨੀ ਆ, 6ਵੀਂ ਦੀ ਹਿਸਟਰੀ ਕਰਨੀ ਆ, 6ਵੀਂ ਦੀ ਪੋਲਿਟੀ ਜਿਹੜੀ ਆ ਉਹ ਮੈਂ ਆਪਾਂ ਬੁੱਕ ਤੋਂ ਹੀ ਚੈਪਟਰ ਰੀਡ ਕੀਤੇ ਸੀ ਤੇ ਮੈਂ ਕੋਸ਼ਿਸ਼ ਕਰੂੰਗੀ ਕਿ ਆਪਾਂ ਸਾਰਾ ਕੁਝ ਜਿਹੜਾ ਵਾ ਦੁਬਾਰਾ ਕਰਵਾਵਾਂ। ਠੀਕ ਆ, ਜਿਹੜੀ 7ਵੀਂ ਕਲਾਸ ਦੀ ਜਿਓਗ੍ਰਾਫੀ ਆ ਇਹ ਮੈਂ ਆਲਰੇਡੀ ਪੰਜਾਬੀ ਮੀਡੀਅਮ ਚ ਬਹੁਤ ਐਕਸਪਲੇਨ ਕੀਤੀ ਬੋਰਡ ਤੇ। ਠੀਕ ਆ, ਕੱਲੀ ਕੱਲੀ ਚੀਜ਼ ਇਹਦੀ ਪਲੇਲਿਸਟ ਬਣੀ ਆ, ਇਹਨੂੰ ਮੈਂ ਦੁਬਾਰੇ ਨਹੀਂ ਕਰਾਉਣਾ ਕਿਉਂਕਿ ਇਹਨੂੰ ਦੁਬਾਰੇ ਕਰਾਉਣ ਦੀ ਲੋੜ ਨਹੀਂ ਹੈ, ਮੈਂ ਬਹੁਤ ਸੋਹਣੇ ਤਰੀਕੇ ਦੇ ਨਾਲ ਕਰਵਾ ਚੁੱਕੀ ਆ। ਪਲੇਲਿਸਟ ਬਣੀ ਆ, ਜਿਨ੍ਹਾਂ ਨੇ ਨਹੀਂ ਚੈੱਕ ਕੀਤੀ ਮੈਂ ਪਲੇਲਿਸਟ ਟੈਲੀਗ੍ਰਾਮ ਤੇ ਭੇਜ ਦੂੰਗੀ। ਸੋ ਸਾਰਾ ਕੁਝ ਹੀ ਕਰਨਾ ਆਪਾਂ ਤੇ ਥੋੜਾ ਜਿਹਾ ਧੀਰਜ ਬਣਾ ਕੇ ਚੱਲੋ ਤੇ ਚਲੋ ਆਪਾਂ ਅੱਗੇ ਚੱਲਦੇ ਆ। ਇਸੇ ਹੀ ਬੁੱਕ ਦਾ 8ਵੀਂ ਕਲਾਸ ਦੀ ਜਿਓਗ੍ਰਾਫੀ ਦਾ ਦੂਜਾ ਚੈਪਟਰ ਆਪਾਂ ਕਰਦੇ ਪਏ ਤੇ ਇਹਨੂੰ ਅੱਜ ਆਪਾਂ ਫਿਨਿਸ਼ ਕਰਨਾ ਆ। ਠੀਕ ਆ, ਜਿਹੜਾ ਸਾਡਾ ਚੈਪਟਰ ਹੈਗਾ ਵਾ ਇਹਦੇ ਵਿੱਚ ਗੱਲ ਕੀਤੀ ਗਈ ਆ ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ ਦੀ। ਧਿਆਨ ਦੇ ਨਾਲ ਸੁਣਦੇ ਜਾਣਾ ਵਾ ਤੇ ਤੁਸੀਂ ਨੋਟ ਵੀ ਕਰਦੇ ਜਾਣਾ ਵਾ ਤੇ ਜਾਂ ਫਿਰ ਸਕਰੀਨਸ਼ਾਟ ਲੈ ਕੇ ਰੱਖ ਲਿਆ ਕਰੋ। ਕਹਿੰਦੇ ਭਾਰਤ ਦੇ ਪੂਰਬੀ ਅਤੇ ਉੱਤਰੀ ਪੂਰਬੀ ਆਂਧਰਾ ਪ੍ਰਦੇਸ਼ ਵਿੱਚ ਬਾਂਸ ਜ਼ਿਆਦਾ ਮਾਤਰਾ ਵਿੱਚ ਪੈਦਾ ਕੀਤਾ ਜਾਂਦਾ। ਬਾਂਸ ਪਤਾ ਨਾ, ਬਾਂਸ ਦੀ ਲੱਕੜੀ ਹੁੰਦੀ ਹੈ ਜਿਹੜੀ ਹਨਾ, ਉਹ ਵਾਲਾ ਬਾਂਸ ਦਾ ਇੱਕ ਦਰਖਤ ਹੁੰਦਾ ਤੇ ਉਦੋਂ ਬਹੁਤ ਸੋਹਣੀ ਜਿਹੜੀ ਆ ਲੱਕੜੀ ਤਿਆਰ ਕੀਤੀ ਜਾਂਦੀ ਆ। ਜਿਨ੍ਹਾਂ ਦੇ ਘਰਾਂ ਵਿੱਚ ਹੋਊਗਾ ਉਹਨਾਂ ਨੂੰ ਪਤਾ ਹੋਊਗਾ। ਮੇਰੇ ਘਰ ਦੇ ਵਿੱਚ ਵੀ ਹੈਗਾ ਸੀ ਕਿਉਂਕਿ ਮੇਰਾ ਆਲਰੇਡੀ ਖੇਤਾਂ ਦੇ ਘਰ ਆ ਤੇ ਸਾਡੇ ਹੈਗਾ ਸੀ, ਹੁਣ ਪੁੱਟ ਦਿੱਤਾ ਡੈਡੀ ਜੀ ਉਹਨਾਂ ਨੇ। ਪਹਿਲਾਂ ਸਾਡੇ ਹੁੰਦਾ ਸੀ, ਜਿਨ੍ਹਾਂ ਨੇ ਦੇਖਿਆ ਹੋਊਗਾ ਉਹਨਾਂ ਨੂੰ ਪਤਾ ਹੋਊਗਾ ਕਿ ਜਦੋਂ ਉਹਦੀ ਲੱਕੜ ਕੱਚੀ ਹੁੰਦੀ ਆ ਤੇ ਉਹ ਹਰਿਆ ਹੁੰਦਾ, ਪੂਰਾ ਹਰਿਆ ਹੁੰਦਾ। ਉਹ ਜਿੱਦਾਂ ਮੰਨ ਲਓ ਆ ਲੱਕੜ ਦੀ ਕੋਈ ਡੰਡੀ ਆ ਹਨਾ, ਕੋਈ ਹਨਾ, ਤੇ ਉਹ ਪੂਰੀ ਇੰਜ ਹਰੀ ਹੁੰਦੀ ਆ। ਜਦੋਂ ਹੌਲੀ ਹੌਲੀ ਉਹ ਲੱਕੜੀ ਉਹਦੀ ਪੱਕ ਜਾਂਦੀ ਆ ਤੇ ਉਹ ਜਿੱਦਾਂ ਲੱਕੜੀ ਦਾ ਰੰਗ ਹੁੰਦਾ ਉਹ ਫਿਰ ਪੱਕ ਜਾਂਦੀ, ਉਦਾਂ ਹੋ ਜਾਂਦੀ ਆ। ਉਹ ਲੱਕੜੀ ਬਹੁਤ ਹੀ ਜ਼ਿਆਦਾ ਮਜ਼ਬੂਤ ਹੁੰਦੀ ਆ। ਠੀਕ ਆ, ਇਹ ਉਹ ਵਾਲਾ ਬਾਂਸ ਆ। ਠੀਕ ਆ, ਯਾਦ ਰੱਖਣਾ ਇੰਪੋਰਟੈਂਟ ਆ, ਪੁੱਛਿਆ ਜਾ ਸਕਦਾ ਵਾ। ਠੀਕ ਹੈ, ਜਿਹੜਾ ਬਾਂਸ ਆ ਜ਼ਿਆਦਾਤਰ ਜ਼ਿਆਦਾ ਮਾਤਰਾ ਦੇ ਵਿੱਚ ਕਿੱਥੇ ਪੈਦਾ ਕੀਤਾ ਜਾਂਦਾ ਵਾ? ਭਾਰਤ ਦੇ ਪੂਰਬੀ ਤੇ ਉੱਤਰੀ ਪੂਰਬੀ ਆਂਧਰਾ ਪ੍ਰਦੇਸ਼ ਦੇ ਵਿੱਚ, ਜਾਂ ਆਂਧਰਾ ਪ੍ਰਦੇਸ਼ ਯਾਦ ਰੱਖ ਲਿਓ। ਇੱਥੇ ਜ਼ਿਆਦਾਤਰ ਸਾਨੂੰ ਬਾਂਸ ਦੀ ਲੱਕੜੀ ਮਿਲ ਜਾਂਦੀ ਆ ਤੇ ਸਾਨੂੰ ਪਤਾ ਹੀ ਆ ਕਿ ਬਾਂਸ ਦੀ ਲੱਕੜੀ ਉਦਾਂ ਵੀ ਬਾਂਸ ਦੀ ਲੱਕੜੀ ਇੰਨੀ ਮਜ਼ਬੂਤ ਆ ਤੇ ਕਿੰਨੀ ਜ਼ਿਆਦਾ ਲਾਹੇਵੰਦ ਹੋਊਗੀ, ਕਿੰਨੀਆਂ ਚੀਜ਼ਾਂ ਦੇ ਵਿੱਚ ਫਰਨੀਚਰ ਦੇ ਵਿੱਚ ਯੂਜ਼ ਕੀਤੀ ਜਾਂਦੀ ਹੋਊਗੀ। ਠੀਕ ਹੈ, ਇਹ ਚੀਜ਼ ਤੁਸੀਂ ਯਾਦ ਰੱਖਣਾ ਵਾ। ਫਿਰ ਅੱਗੇ ਕਹਿੰਦੇ ਆ ਰੇਸ਼ਮ ਦੇ ਕੀੜਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਹ ਕੀੜੇ ਸ਼ਹਿਤੂਤ ਦੇ ਰੁੱਖ ਤੇ ਪਾਲੇ ਜਾਂਦੇ ਹਨ। ਇਹ ਵੀ ਇੰਪੋਰਟੈਂਟ ਆ। ਇਹ ਤਾਂ ਆਲਰੇਡੀ ਸਾਡੇ ਪੀਐਸਟੈਟ ਦੇ ਪੇਪਰ ਵਿੱਚ ਪੁੱਛਿਆ ਜਾ ਚੁੱਕਾ ਵਾ। ਪਤਾ ਨਹੀਂ 2013 ਵਾਲੇ ਕਿ 12 ਵਾਲੇ ਪੇਪਰ 'ਚ ਪੁੱਛਿਆ ਗਿਆ ਸੀਗਾ। ਠੀਕ ਹੈ, ਜਿਹੜਾ ਰੇਸ਼ਮ ਦਾ ਕੱਪੜਾ ਹੁੰਦਾ ਵਾ ਉਹ ਰੇਸ਼ਮ ਦੇ ਕੀੜਿਆਂ ਤੋਂ ਤਿਆਰ ਕੀਤਾ ਜਾਂਦਾ ਵਾ। ਤੇ ਰੇਸ਼ਮ ਦੇ ਕੀੜੇ ਕਿਹੜੇ ਦਰਖਤ ਤੇ ਪਾਲੇ ਜਾਂਦੇ ਆ? ਸ਼ਹਿਤੂਤ ਦੇ ਰੁੱਖ ਤੇ, ਜਿਹਨੂੰ ਆਪਾਂ ਤੂਤ ਕਹਿ ਦਿੰਦੇ ਆ। ਅਸਲ ਦੇ ਵਿੱਚ ਸ਼ਹਿਤੂਤ ਹੁੰਦਾ ਵਾ। ਵੀ ਆਪਾਂ ਪੰਜਾਬੀ ਭਾਸ਼ਾ ਹੀ ਆਪਣੀ ਏਦਾਂ ਦੀ ਵੀ ਆਪਾਂ ਬਹੁਤ ਸਾਰੇ ਅੱਖਰ ਜਿਹੜੇ ਆ ਉਹਨਾਂ ਨੂੰ ਕਿਸੇ ਹੋਰ ਢੰਗ ਦੇ ਨਾਲ ਬੋਲ ਦਿੰਦੇ। ਪਤਾ ਕੀ, ਜੇ ਹੁਣ ਮੇਰੇ ਇੱਥੇ ਲਾਗੇ ਪਿੰਡ ਆ ਸ਼ਹਾਬਪੁਰ, ਪਿੰਡ ਦਾ ਨਾਮ ਆ ਸ਼ਹਾਬਪੁਰ, ਪਰ ਬੋਲਣ ਦੇ ਵਿੱਚ ਅਸੀਂ ਸ਼ਾਹਪੁਰ ਹੀ ਕਹਿ ਦਿੰਦੇ ਆ। ਬੱਬਾ ਜਿਹੜਾ ਸਾਇਲੈਂਟ ਕਰ ਦਿੰਦੇ, ਬੱਬਾ ਬੋਲਦੇ ਨਹੀਂ, ਸ਼ਾਹਪੁਰ ਕਹਿ ਦਿੰਦੇ ਆ। ਇਸੇ ਹੀ ਤਰ੍ਹਾਂ ਵੈਸੇ ਸ਼ਹਿਤੂਤ ਹੁੰਦਾ ਵਾ ਤੇ ਆਪਾਂ ਤੂਤ ਬੋਲ ਦਿੰਦੇ ਆ। ਠੀਕ ਆ, ਇਹਦੇ ਤੋਂ ਟੋਕਰੀਆਂ ਵੀ ਤਿਆਰ ਕੀਤੀਆਂ ਜਾਂਦੀਆਂ ਵਾ, ਇਹ ਵੀ ਯਾਦ ਰੱਖ ਲਿਓ। ਇਹਦੇ ਤੋਂ ਟੋਕਰੀਆਂ ਵੀ ਤਿਆਰ ਕੀਤੀਆਂ ਜਾਂਦੀਆਂ ਵਾ ਤੇ ਇਸੇ ਹੀ ਦਰਖਤ ਤੇ ਜਿਹੜਾ ਵਾ ਰੇਸ਼ਮ ਦੇ ਕੀੜੇ ਪਾਲੇ ਜਾਂਦੇ ਆ। ਅਗਲਾ ਪੁਆਇੰਟ, ਸਥਲ ਮੰਡਲ, ਜਲ ਮੰਡਲ ਅਤੇ ਵਾਯੂ ਮੰਡਲ ਤੋਂ ਮਿਲ ਕੇ ਜੈਵ ਮੰਡਲ ਬਣਦਾ ਹੈ। ਮੋਸਟ ਇੰਪੋਰਟੈਂਟ ਪੁਆਇੰਟ ਆ, ਯਾਦ ਰੱਖਣਾ। ਜੇਕਰ ਇਹਨਾਂ ਵਿੱਚੋਂ ਕਿਸੇ ਵੀ ਇੱਕ ਚੀਜ਼ ਦੀ ਅਣਹੋਂਦ ਜਾਪਦੀ ਹੈ ਤੇ ਜੈਵ ਮੰਡਲ ਹੋ ਹੀ ਨਹੀਂ ਸਕਦਾ। ਠੀਕ ਹੈ, ਇਹਨਾਂ ਤਿੰਨਾਂ ਚੀਜ਼ਾਂ ਤੋਂ ਜੈਵ ਮੰਡਲ, ਸਥਲ ਮੰਡਲ, ਜਲ ਮੰਡਲ, ਵਾਯੂ ਮੰਡਲ, ਇਹਨਾਂ ਤਿੰਨਾਂ ਤੋਂ ਮਿਲ ਕੇ ਜੈਵ ਮੰਡਲ ਦਾ ਨਿਰਮਾਣ ਹੁੰਦਾ ਵਾ। ਕਹਿੰਦੇ ਜੀਵ ਮੰਡਲ ਵਿੱਚ ਸਾਰੇ ਜੀਵ ਜਿਉਂਦੇ ਰਹਿਣ ਲਈ ਆਪਸ ਵਿੱਚ ਪਰਸਪਰ ਸੰਬੰਧਿਤ ਹਨ। ਪਰਸਪਰ ਸੰਬੰਧਨ ਮਤਲਬ ਆਪਸੀ ਅੰਤਰਕਿਰਿਆ ਕਰਕੇ ਹੀ ਉਹਨਾਂ ਦਾ ਜੀਵਨ ਜਿਹੜਾ ਵਾ ਪੋਸੀਬਲ ਆ। ਆਪਾਂ ਵੀ ਇਸੇ ਵਿੱਚ, ਆਪਾਂ ਵੀ ਤਾਂ ਜੀਵ ਮੰਡਲ ਦਾ ਹਿੱਸਾ ਵਾਂ। ਆਪਾਂ ਵੀ ਤਾਂ ਜਾਨਵਰਾਂ ਤੇ ਡਿਪੈਂਡ ਹੈਗੇ ਆ। ਛੋਟੇ ਜਾਨਵਰਾਂ ਨੂੰ ਵੱਡੇ ਜਾਨਵਰ ਖਾਂਦੇ ਆ, ਏਦਾਂ ਕਰਕੇ ਹਨਾ। ਇਹ ਸਾਰਾ ਸਿਸਟਮ ਜਿਹੜਾ ਵਾ ਇਹਨੂੰ ਕੀ ਕਹਿੰਦੇ ਆ? ਇਕੋਸਿਸਟਮ ਇਹਨੂੰ ਕਹਿੰਦੇ ਆ। ਜਾਂ ਹਿੰਦੀ ਦੇ ਵਿੱਚ ਇਹਨਾਂ ਨੇ ਐਨਸੀਈਆਰਟੀ ਦੇ ਵਿੱਚ ਪਾਰਿਆ ਤੰਤਰ ਲਿਖਿਆ ਵਾ। ਪਾਰਿਆ ਤੰਤਰ ਹਿੰਦੀ ਦਾ ਸ਼ਬਦ ਆ, ਜਿਹਦੀ ਮੈਨੂੰ ਪੰਜਾਬੀ ਨਹੀਂ ਪਤਾ, ਇੰਗਲਿਸ਼ 'ਚ ਮੈਂ ਤੁਹਾਨੂੰ ਦੱਸਤਾ। ਇਕੋਸਿਸਟਮ ਇਹਨੂੰ ਤੁਸੀਂ ਯਾਦ ਰੱਖ ਲੈਣਾ। ਜਿਹੜੇ ਸੀਟੈਟ ਅਗਲਾ ਸੀਟੈਟ ਦੇਣ ਦੀ ਤਿਆਰੀ ਕਰ ਰਹੇ ਆ ਉਹ ਹਿੰਦੀ ਦੇ ਸ਼ਬਦ ਯਾਦ ਰੱਖ ਸਕਦੇ ਆ। ਠੀਕ ਹੈ, ਪਾਰਿਆ ਤੰਤਰ ਕੋਈ ਪਤਾ ਵੀ ਨਹੀਂ, ਪੀਐਸਟੈਟ ਵਾਲਿਆਂ ਦਾ ਪਤਾ ਵੀ ਨਹੀਂ, ਕਿਉਂਕਿ ਇਹਨਾਂ ਨੇ ਤਾਂ ਗੂਗਲ ਟਰਾਂਸਲੇਟ ਕਰਕੇ ਪੇਪਰ ਪਾਉਣਾ ਹੁੰਦਾ ਵਾ ਹਨਾ। ਤੇ ਇਹਨਾਂ ਨੇ ਕਿਹੜਾ ਕੀ ਕਰਨਾ ਹੁੰਦਾ ਵਾ? ਇਹਨਾਂ ਨੇ ਵੀ
ਕੋਈ ਪਤਾ ਨਹੀਂ ਇਹਦਾ ਵੀ ਪਾਰਿਆ ਤੰਤਰ ਹੀ ਏਦਾਂ ਲਿਖ ਦੇਣ। ਸੋ ਆ ਵੀ ਸ਼ਬਦ ਤੁਸੀਂ ਯਾਦ ਰੱਖਣਾ ਵਾ। ਜਿਹੜਾ ਪਾਰਿਆ ਤੰਤਰ ਆ ਉਹ ਇਕੋਸਿਸਟਮ ਨੂੰ ਹਿੰਦੀ ਦੇ ਵਿੱਚ ਕਿਹਾ ਜਾਂਦਾ ਵਾ, ਇਹਨੂੰ ਤੁਸੀਂ ਯਾਦ ਰੱਖਣਾ। ਠੀਕ ਆ। ਪਰ ਇੱਕ ਚੀਜ਼ ਹੋਰ, ਇਹ ਤੇ ਹੋ ਗਿਆ ਵੀ ਜਿਹੜੇ ਛੋਟੇ ਜਾਨਵਰ ਆ ਵੱਡੇ ਜਾਨਵਰਾਂ ਨੂੰ ਵੱਡੇ ਜਾਨਵਰ ਜਿਹੜੇ ਆ ਛੋਟੇ ਜਾਨਵਰਾਂ ਨੂੰ ਖਾਂਦੇ ਆ, ਹਨਾ। ਤੇ ਵੈਸੇ ਵੀ ਜੇਕਰ ਆਪਾਂ ਗੱਲ ਕਰੀਏ ਜਿਹੜੀ ਬਨਸਪਤੀ ਆ, ਹਨਾ, ਉਹ ਵੀ ਇਕੋਸਿਸਟਮ ਦੇ ਵਿੱਚ ਆਉਂਦੀ ਹੈ ਤੇ ਆਪਾਂ ਬਨਸਪਤੀ ਤੇ ਡਿਪੈਂਡ ਨਹੀਂ ਆ। ਹੁਣ ਸਾਡੇ ਕੋਲ ਮਿੱਟੀ ਆ, ਜੇਕਰ ਮਿੱਟੀ ਨਾ ਹੁੰਦੀ, ਭੂਮੀ ਨਾ ਹੁੰਦੀ, ਅਸੀਂ ਫਸਲਾਂ ਨਾ ਉਗਾ ਪਾਉਂਦੇ, ਅਸੀਂ ਅਨਾਜ ਖਾਂਦੇ ਆ, ਅਨਾਜ ਪੈਦਾ ਕਰਦੇ ਆ, ਉਹਦੇ ਤੋਂ ਸਾਡਾ ਭੋਜਨ ਤਿਆਰ ਹੁੰਦਾ ਵਾ, ਹਨਾ। ਜਾਨੀ ਕਿ ਕਹਿਣ ਦਾ ਭਾਵ ਹੈ ਕਿ ਅਸੀਂ ਵੀ ਇਕੋਸਿਸਟਮ ਦਾ ਹਿੱਸਾ ਹੈਗੇ ਆ। ਸੋ ਕਿਸੇ ਵੀ ਤਰ੍ਹਾਂ ਸ਼ਬਦਾਂ ਦੇ ਹੇਰ ਫੇਰ ਦੇ ਨਾਲ ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ। ਸੋ ਤੁਸੀਂ ਜਿਹੜਾ ਵਾ ਇਹਨਾਂ ਪੁਆਇੰਟਸ ਨੂੰ ਧਿਆਨ ਦੇ ਵਿੱਚ ਰੱਖਣਾ। ਇਹਦੇ ਵਿੱਚ ਇਹਨਾਂ ਨੇ ਅੱਗੇ ਦੱਸਿਆ ਵਾ ਕਿ ਉਹ ਜਾਨਵਰ ਜਿਹੜੇ ਪਾਰੀਆ ਤੰਤਰ ਨੂੰ ਜਾਂ ਇਕੋਸਿਸਟਮ ਦੇ ਸੰਤੁਲਨ ਨੂੰ ਬਣਾਈ ਰੱਖਦੇ ਆ। ਬਹੁਤ ਸਾਰੇ ਏਦਾਂ ਦੇ ਜਾਨਵਰ ਹੌਲੀ ਹੌਲੀ ਭਾਰਤੀ ਉਪਮਹਾਦੀਪ ਦੇ ਵਿੱਚੋਂ ਖਤਮ ਹੋ ਰਹੇ ਆ। ਜਦੋਂ ਜਾਨਵਰ ਹੀ, ਉਹ ਪੰਛੀ ਹੀ ਖਤਮ ਹੋ ਜਾਣਗੇ ਜਿਹੜੇ ਸਾਡੇ ਜੀਵ ਮੰਡਲ ਦੇ ਇਕੋਸਿਸਟਮ ਨੂੰ ਬਣਾਈ ਰੱਖਦੇ ਆ, ਤੇ ਫਿਰ ਜਿਹੜਾ ਕੁਦਰਤੀ ਸੰਤੁਲਨ ਆ ਉਹ ਵਿਗੜ ਜੂਗਾ। ਇੱਥੋਂ ਤੱਕ ਕਿ ਸਾਡਾ ਮਨੁੱਖੀ ਜੀਵਨ ਵੀ ਖਤਰੇ ਦੇ ਵਿੱਚ ਪੈ ਜਾਊਗਾ। ਹੁਣ ਇਹਦਾ ਕਾਰਨ ਕੀ ਆ? ਡਿਕਲੋਫੈਨਿਕ, ਐਸਪਰੀਨ, ਇਬਰੂਫੈਨ, ਇਹ ਕੀ ਨੇ? 3 ਉਹ ਦਵਾਈਆਂ ਨੇ, ਕੀਟਨਾਸ਼ਕ ਦਵਾਈਆਂ, ਜਿਨ੍ਹਾਂ ਦਾ ਬਹੁਤ ਹੀ ਭਾਰੀ ਪ੍ਰਯੋਗ ਜਿਹੜਾ ਭਾਰਤੀ ਉਪ ਮਹਾਦੀਪ ਦੇ ਵਿੱਚ ਕੀਤਾ ਜਾਂਦਾ ਵਾ। ਕਿੱਥੇ ਕੀਤਾ ਜਾਂਦਾ ਵਾ? ਭਾਰਤੀ ਉਪ ਮਹਾਦੀਪ ਦੇ ਵਿੱਚ ਕੀਤਾ ਜਾਂਦਾ ਵਾ। ਹੁਣ ਕੀ ਹੋ ਰਿਹਾ ਵਾ? ਇਹ ਜਿਹੜੀਆਂ ਕੀਟਨਾਸ਼ਕ ਦਵਾਈਆਂ, ਇਹਨਾਂ ਦੀ ਵਰਤੋਂ ਬਹੁਤ ਜ਼ਿਆਦਾ ਹੋ ਰਹੀ ਆ, ਤੇ ਇਹਦੇ ਨਾਲ ਕੀ ਹੋ ਰਿਹਾ ਵਾ? ਕੀਟਨਾਸ਼ਕ ਦਵਾਈਆਂ ਵਰਤਣ ਨਾਲ ਇੱਲ ਪੰਛੀ ਦੀਆਂ ਕਿਡਨੀਆਂ ਖਰਾਬ ਹੋ ਗਈਆਂ ਤੇ ਉਹ ਕਾਫੀ ਘਟ ਗਏ। ਭਾਰਤ ਵਿੱਚ ਇਹਨਾਂ ਕੀਟਨਾਸ਼ਕ ਦਵਾਈਆਂ ਤੇ ਪਾਬੰਦੀ ਲਗਾਈ ਜਾ ਰਹੀ ਹੈ। ਮਤਲਬ ਜੇ ਲੱਗੀ ਨਹੀਂ, ਲਗਾਈ ਜਾ ਰਹੀ ਹੈ। ਇਹ NCERT ਦੇ ਵਿੱਚ ਇਹਨਾਂ ਨੇ ਲਿਖਿਆ ਵਾ। ਸਾਈਟ ਤੇ ਇਹਨਾਂ ਨੇ ਇੱਲ ਦੀ ਫੋਟੋ ਵੀ ਦਿੱਤੀ ਆ, ਬਹੁਤ ਸੋਹਣੀ। ਠੀਕ ਆ। ਹਰ ਇੱਕ ਚੀਜ਼ ਦੀ ਇਹਨਾਂ ਨੇ ਪੂਰਾ ਪ੍ਰੂਫ ਦਿੱਤਾ ਹੁੰਦਾ ਨਾਲ। ਕਹਿੰਦੇ ਹੁਣ ਕੀ ਆ, ਇਹ ਜਿਹੜੀਆਂ ਦਵਾਈਆਂ ਡਿਕਲੋਫੈਨਿਕ, ਐਸਪਰੀਨ ਤੇ ਇਬਰੂਫੈਨ, ਇਹਨਾਂ ਦੇ ਵਰਤਣ ਦੇ ਨਾਲ ਕੀ ਹੁੰਦਾ ਵਾ ਕਿ ਜਿਹੜਾ ਇੱਲ ਪੰਛੀ ਆ, ਇੱਲ ਨਹੀਂ, ਜਿਹੜੀ ਇੱਲ ਜਿਹੜੀ ਆ ਹਿੰਦੀ ਦੇ ਵਿੱਚ ਇਹਨਾਂ ਨੇ ਗਿੱਧ ਲਿਖਿਆ ਵਾ, ਹਿੰਦੀ ਦੇ ਵਿੱਚ ਇਹਨੂੰ ਗਿੱਧ ਕਹਿੰਦੇ ਆ। ਇਹ ਜਿਹੜੀ ਇੱਲ ਆ, ਇਹਨਾਂ ਦੀਆਂ ਕਿਡਨੀਆਂ ਖਰਾਬ ਹੋ ਗਈਆਂ। ਜਦੋਂ ਕਿਡਨੀਆਂ ਖਰਾਬ ਹੋ ਗਈਆਂ ਤੇ ਕੀ ਹੋਇਆ ਵੀ ਇਹ ਕਾਫੀ ਮਾਤਰਾ ਦੇ ਵਿੱਚ ਇਹ ਜਿਹੜਾ ਪੰਛੀ ਹੀ ਘਟ ਗਿਆ, ਤੇ ਸਾਡੇ ਜੀਵ ਮੰਡਲ ਦੇ ਵਿੱਚ ਸਭ ਤੋਂ ਜ਼ਿਆਦਾ ਬੈਲੈਂਸ ਹੀ ਇਹੋ ਜਿਹੇ ਜਾਨਵਰਾਂ ਦੇ ਨਾਲ ਬਣਦਾ ਵਾ ਜਿਹੜੇ ਕਿ ਸਾਡੇ ਇਕੋਸਿਸਟਮ ਨੂੰ ਬਣਾਈ ਰੱਖਦੇ ਆ। ਸੋ ਇਹੋ ਜਿਹੀਆਂ ਕੀਟਨਾਸ਼ਕ ਦਵਾਈਆਂ ਤੇ ਪਾਬੰਦੀ ਲਗਾਈ ਜਾ ਰਹੀ ਹੈ। ਸਾਨੂੰ ਪੁੱਛਿਆ ਜਾ ਸਕਦਾ ਵਾ ਕਿ ਕਿਹੜੀਆਂ ਕੀਟਨਾਸ਼ਕ ਦਵਾਈਆਂ ਜਿਹੜੀਆਂ ਜਿਨ੍ਹਾਂ ਦੀ ਵਰਤੋਂ ਤੇ ਪਾਬੰਦੀ ਜਿਹੜੀ ਆ ਉਹ ਲਗਾਈ ਜਾ ਰਹੀ ਆ। ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖਣਾ। ਇੱਲ ਤੋਂ ਬਾਅਦ ਦੂਜੇ ਨੰਬਰ ਤੇ ਤੁਸੀਂ ਯਾਦ ਰੱਖਣਾ ਵਾ ਮਧੂ ਮੱਖੀਆਂ। ਜਿਹੜੀਆਂ ਮਧੂ ਮੱਖੀਆਂ ਵਾ ਉਹ ਸਭ ਤੋਂ ਜ਼ਿਆਦਾ ਸਾਡੇ ਇਕੋਸਿਸਟਮ ਨੂੰ ਬਣਾਈ ਰੱਖਦੀਆਂ ਵਾ, ਮਧੂ ਮੱਖੀਆਂ, ਕਿਉਂਕਿ ਫੁੱਲਾਂ ਤੋਂ ਪਰਾਗਣ ਇਕੱਠਾ ਇਹ ਕਰਦੀਆਂ ਵਾ। ਪਤਾ ਨਾ ਤੁਹਾਨੂੰ ਸਭ ਨੂੰ? ਠੀਕ ਆ। ਇਹ ਜਿਹੜੇ ਪੁਆਇੰਟ ਆ ਤੁਸੀਂ ਸਾਰੇ ਯਾਦ ਰੱਖਣੇ ਆ। ਕਹਿੰਦੇ ਕਿ ਸਾਨੂੰ ਇਹਦੇ ਵਿੱਚ ਇਹਨਾਂ ਨੇ ਇੱਕ ਲਾਸਟ ਤੇ, ਇਸ ਪੁਆਇੰਟ ਦੇ ਵਿੱਚ ਇਹਨਾਂ ਨੇ ਲਾਸਟ ਤੇ ਇਹ ਕਿਹਾ ਵਾ, ਉਹ ਜਾਨਵਰ, ਉਹ ਪੰਛੀ ਜਿਹੜੇ ਸਾਡੇ ਇਕੋਸਿਸਟਮ ਨੂੰ ਬਣਾਈ ਰੱਖਦੇ ਆ, ਉਹਨਾਂ ਜਾਨਵਰਾਂ ਦੀ ਸੁਰੱਖਿਆ ਕਰਨ ਦੀ ਲੋੜ ਬਹੁਤ ਜ਼ਿਆਦਾ ਵਾ। ਜੇਕਰ ਉਹ ਜਾਨਵਰ ਹੀ ਖਤਮ ਹੋ ਗਏ ਜਿਹੜੇ ਇਕੋਸਿਸਟਮ ਨੂੰ ਬਣਾਈ ਰੱਖਦੇ ਆ, ਤੇ ਸਾਡੀ ਧਰਤੀ, ਸਾਡਾ ਜੀਵ ਮੰਡਲ ਪੂਰੀ ਤਰ੍ਹਾਂ ਨਸ਼ਟ ਹੋ ਜਾਊਗਾ। ਠੀਕ ਹੈ, ਇਹ ਤੁਸੀਂ ਯਾਦ ਰੱਖਣੇ ਆ। ਉਸ ਤੋਂ ਬਾਅਦ ਜਦੋਂ ਆਪਾਂ ਕੁਦਰਤੀ ਬਨਸਪਤੀ ਦੀ ਗੱਲ ਕਰਦੇ ਆ, ਕੁਦਰਤੀ ਬਨਸਪਤੀ ਕੀ ਹਰ ਥਾਂ ਤੇ ਇੱਕੋ ਜਿਹੀ ਆ? ਨਹੀਂ, ਹਰ ਥਾਂ ਤੇ ਇੱਕੋ ਜਿਹੀ ਨਹੀਂ ਆ।
मौसम के अकॉर्डिंग किते गर्म खेतर आ, किते ठंडा खेतर आ, किते मीह पैंदा वा, किते बिल्कुल ही नहीं पैंदा है ना, किते बंजर आ, किते किते हरिया भरिया वा। हर तरह दे नाल जिहड़ी आ जिथे जिद्दां दा मौसम होऊगा, उत्थे जिथे जिद्दां दा क्लाइमेट, जिद्दां दा वैदर होऊगा, उत्थे उदां दी ही बनस्पति होगी। ये बनस्पति अक्सर सानू पेपरां दे विच बहुत पुछी जांदी। फॉर एग्जाम्पल टुंडरा बनस्पति, कंडेदार झाड़ियां, इहदे बारे आपां अगले पॉइंट च गल करदे हां। इस तो बाद 4 ਤੋਂ 5 बनस्पति की गल करांगे। मैं ना एक वीडियो दे विच दस्सिया सीगा कि एक ये भी नहीं आ कि मैं सिर्फ ते सिर्फ NCERT ते फोकस कर रही हां जां मैं पंजाब बोर्ड नूं बिल्कुल ही इग्नोर कर रही हां, इदां भी नहीं आ। ठीक है, कुछ चीज़ां NCERT ते भी उन्नियां सही नहीं मिलदियां, साडियां पंजाब बोर्ड दीयां किताबां नूं भी पूर्ण तौर ते नहीं निंदिया जा सकदा। जदों कुदरती बनस्पति की गल आउंदी है ते इन्हां ने सिर्फ ते सिर्फ, क्योंकि मैं नाल दी नाल एनालिसिस भी करदी हुंदी आ दोनों ही किताबां दा, पंजाब बोर्ड दियां भी ते NCERT दियां भी, जिहड़े पहलां तो जुड़े उन्हां नूं पता वा। हुण जदों कुदरती बनस्पति दियां किस्मां दी गल आउंदी है, क्लाइमेट दे अकॉर्डिंग, मौसम दे अकॉर्डिंग, ते इन्हां ने सिर्फ ते सिर्फ एक पैरा बना के दसता, कोई ज़्यादा एक्सप्लेन नहीं किया। इस करके फिर ये साडे लई इंपॉर्टेंट नहीं रह जांदा। ठीक है, वैसे मैं उन्होंने रीड कर लिया वा ते मैं उहदे विचों ये चीज़ कढ ली आ। 1-2 पॉइंट उहदे विचों चक्कण वाले हैगे, वो भी आपां चक लांगे। जानी कि जेकर तुसीं मेरे चैनल ते आ गए हो तो तुसीं इस चीज़ की बिल्कुल भी नहीं चिंता करनी, हाय जी मैं हुण NCERT पढ़ लिया, हाय मैं पंजाब बोर्ड नहीं पढ़िया, हाय हो पता नहीं SST कित्थों आ जूगी। ਇੱਥੇ ਤਾਂ ਆਪਾਂ ਕੰਮ ਹੀ ਕੈਂਡ ਕਰ ਰਹੇ ਹਾਂ, ਆਪਾਂ ਤਾਂ ਦੋਨਾਂ ਕਿਤਾਬਾਂ ਤੋਂ ਐਨਾਲਿਸਿਸ ਕਰਕੇ ਕਰ ਰਹੇ ਹਾਂ। ਠੀਕ ਆ, ਹੁਣ ਜਦੋਂ ਕੁਦਰਤੀ ਬਨਸਪਤੀ ਦੀਆਂ ਕਿਸਮਾਂ ਦੀ ਗੱਲ ਆਉਂਦੀ ਏ ਤੇ ਸਾਡੀ ਪੰਜਾਬ ਬੋਰਡ ਦੀ ਕਿਤਾਬ ਦੇ ਵਿੱਚ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਦੱਸਿਆ ਵਾ। ਸਭ ਤੋਂ ਪਹਿਲਾਂ ਆਉਂਦੀ ਏ ਸਦਾ ਬਹਾਰ ਬਨਸਪਤੀ। ਸਦਾ ਬਹਾਰ ਤੁਹਾਨੂੰ ਪਤਾ ਹੀ ਹੈ, ਜਿਹੜੇ ਤੇ ਇਹਦੇ ਈਜ਼ੀ ਪੁਆਇੰਟ ਉਹ ਮੈਂ ਨਹੀਂ ਲਿਖੇ। ਈਜ਼ੀ ਪੁਆਇੰਟ ਕਿਹੜੇ? ਸਦਾ ਬਹਾਰ ਕਿਹੜੇ ਹੁੰਦੇ ਆ? ਜਿਹੜੇ ਸਾਰਾ ਸਾਲ ਹਰੇ ਭਰੇ ਰਹਿੰਦੇ ਆ। ਠੀਕ ਆ, ਤੇ ਉਹਨਾਂ ਦੇ ਪੱਤੇ ਵੀ ਜਿਹੜੇ ਆ ਉਹ ਨਹੀਂ ਝੜਦੇ। ਠੀਕ ਆ, ਘੱਟ ਝੜਦੇ ਆ। ਤੇ ਯਾਦ ਰੱਖਣਾ 200 ਸੈਂਟੀਮੀਟਰ ਵਰਖਾ ਜਿੱਥੇ ਇਲਾਕੇ 'ਚ ਹੁੰਦੀ ਆ, ਉੱਥੇ ਕਿਹੜੀ ਬਨਸਪਤੀ ਹੋਊਗੀ? ਸਦਾ ਬਹਾਰ ਬਨਸਪਤੀ ਹੋਊਗੀ। ਯਾਦ ਰੱਖਿਓ, ਉਹਦਾ ਸਾਰੇ ਦੇ ਸਾਰੇ ਪੁਆਇੰਟ ਜਿਹੜੇ ਮੈਂ ਹੁਣ ਬੋਲਣ ਜਾ ਰਹੀ ਹਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਜਿਹੜੀ ਸਦਾ ਬਹਾਰ ਬਨਸਪਤੀ ਆ, ਇਹ ਕਿੱਥੇ ਪਾਈ ਜਾਂਦੀ ਆ? ਦੱਖਣੀ ਭਾਰਤ ਦੇ ਪੱਛਮੀ ਤੱਟ, ਬੰਗਾਲ, ਅਸਾਮ ਦੇ ਉੱਤਰ ਪੂਰਬ ਅਤੇ ਹਿਮਾਲਿਆ ਦੀਆਂ ਹੇਠਲੀਆਂ ਢਲਾਣਾਂ। ਠੀਕ ਹੈ, ਇੱਥੇ ਮੈਂ ਹੇਠਲੀਆਂ ਲਿਖਣਾ ਭੁੱਲ ਗਈ, ਯਾਦ ਰੱਖਿਓ ਤੁਸੀਂ। ਕਿਹੜੇ ਕਿਹੜੇ ਇਲਾਕੇ ਆ? ਦੱਖਣੀ ਭਾਰਤ ਦੇ ਪੱਛਮੀ ਤੱਟ, ਬੰਗਾਲ, ਅਸਾਮ, ਉੱਤਰ ਪੂਰਬ ਅਤੇ ਹਿਮਾਲਿਆ ਦੀਆਂ ਹੇਠਲੀਆਂ ਢਲਾਣਾਂ ਦੇ ਵਿੱਚ ਕਿਹੜੀ ਬਨਸਪਤੀ ਸਾਨੂੰ ਮਿਲਦੀ ਆ? ਸਦਾ ਬਹਾਰ ਬਨਸਪਤੀ ਮਿਲਦੀ ਆ। ਸਦਾ ਬਹਾਰ ਬਨਸਪਤੀ ਜਿੱਥੇ ਜ਼ਿਆਦਾ ਵਰਖਾ ਹੋਊਗੀ ਉੱਥੇ ਸਾਨੂੰ ਸਦਾ ਬਹਾਰ ਬਨਸਪਤੀ ਮਿਲੂਗੀ। ਜ਼ਿਆਦਾ ਵਰਖਾ ਲਗਭਗ 200 ਸੈਂਟੀਮੀਟਰ ਦੇ ਹਿਸਾਬ ਦੇ ਨਾਲ। ਠੀਕ ਆ, ਹੁਣ ਜਦੋਂ ਸਦਾ ਬਹਾਰ ਬਨਸਪਤੀ ਦੀ ਗੱਲ ਆਉਂਦੀ ਏ ਤਾਂ ਸਾਨੂੰ ਇਹਦੇ ਵਿੱਚ ਕੁਝ ਰੁੱਖਾਂ ਦੇ ਨਾਮ ਵੀ ਪਤਾ ਹੋਣੇ ਜ਼ਰੂਰੀ ਆ। ਠੀਕ ਆ, ਟੀਕ ਤੇ ਰੋਜ਼ਵੁੱਡ ਸਦਾ ਬਹਾਰ ਦਰਖਤ ਆ, ਟੀਕ ਤੇ ਰੋਜ਼ਵੁੱਡ। ਠੀਕ ਹੈ, ਅਲੱਗ-ਅਲੱਗ ਦਰਖਤ ਮਿਲਣਗੇ, ਕਿਹੜੇ ਪੱਤਝੜੀ ਆ, ਕਿਹੜੇ ਮਾਰੂਥਲੀ ਆ। ਤੁਸੀਂ ਇਹਨਾਂ ਦੇ ਨਾਮ ਯਾਦ ਰੱਖਣੇ, ਇਹੋ ਹੀ ਸਾਨੂੰ ਪੇਪਰ ਦੇ ਵਿੱਚ ਪੁੱਛੇ ਜਾਂਦੇ ਹੁੰਦੇ ਆ। ਟੀਕ ਤੇ ਰੋਜ਼ਵੁੱਡ ਜਿਹੜੇ ਆ, ਟੀਕ ਤੇ ਰੋਜ਼ਵੁੱਡ, ਐਬਨੀ, ਨਿੰਮ ਤੇ ਇਮਲੀ, ਇਹ 4-5 ਦਰਖਤ ਜਿਹੜੇ ਆ ਇਹ ਸਦਾ ਬਹਾਰ ਆ। ਪਰ ਯਾਦ ਰੱਖਣਾ ਜਿਹੜਾ ਟੀਕ ਤੇ ਰੋਜ਼ਵੁੱਡ ਆ ਇਹ ਸਾਨੂੰ ਹਿਮਾਲਿਆ ਦੀਆਂ ਹੇਠਲੀਆਂ ਢਲਾਣਾਂ ਦੇ ਵਿੱਚ ਮਿਲਦਾ। ਮੈਂ ਦੱਸ ਕੇ ਗਈ ਨਾ ਕਿ ਸਦਾ ਬਹਾਰ ਸਾਨੂੰ ਹਿਮਾਲਿਆ ਦੀਆਂ ਹੇਠਲੀਆਂ ਢਲਾਣਾਂ ਦੇ ਵਿੱਚ ਵੀ ਮਿਲਦੇ ਆ। ਤੇ ਠੀਕ ਆ, ਤੇ ਇਸ ਤੋਂ ਬਾਅਦ ਜਿਹੜਾ ਐਬਨੀ, ਨਿੰਮ ਤੇ ਇਮਲੀ ਆ ਇਹ ਸਾਨੂੰ ਕਰਨਾਟਕ ਦੇ ਵਿੱਚ ਮਿਲਦੇ ਆ। ਹੁਣ ਇੱਕ ਪੁਆਇੰਟ ਇੱਥੇ ਯਾਦ ਇਹ ਵੀ ਰੱਖਣਾ, ਜਦੋਂ ਮਾਨਸੂਨ ਆਉਂਦੀ ਹੈ ਨਾ, ਜਦੋਂ ਮਾਨਸੂਨ ਆਉਂਦੀ ਹੈ, ਮਾਨਸੂਨ ਆਉਂਦੀ ਵੀ ਹੈ ਤੇ ਜਾਂਦੀ ਵੀ ਹੈ। ਆਉਂਦੇ ਵਕਤ ਤੇ ਬਹੁਤ ਜ਼ਿਆਦਾ ਵਰਖਾ ਕਰਦੀ ਆ ਤੇ ਜਦੋਂ ਮਾਨਸੂਨ ਵਾਪਸ ਜਾਂਦੀ ਆ ਤੇ ਵਾਪਸ ਜਾਂਦੇ ਵਕਤ ਵੀ ਇਹ ਕੁਝ ਇਲਾਕਿਆਂ ਦੇ ਵਿੱਚ ਮੀਂਹ ਪਾ ਜਾਂਦੀ ਹੈ। ਕਰਨਾਟਕ ਇੱਕ ਐਦਾਂ ਦੀ ਸਟੇਟ ਆ ਜਿੱਥੇ ਮੌਨਸੂਨ ਵਾਪਸ ਜਾਂਦੇ ਵਕਤ ਕਰਨਾਟਕ ਦੇ ਵਿੱਚ ਵਰਖਾ ਕਰਦੀ ਆ।
ਇਹੀ ਕਾਰਨ ਆ ਕਿ ਕਰਨਾਟਕ ਦੇ ਵਿੱਚ ਜਦੋਂ ਮੌਨਸੂਨ ਜਾਂਦੇ ਵਕਤ ਬਾਰਿਸ਼ ਕਰਦੀ ਆ ਤੇ ਉਸ ਬਾਰਿਸ਼ ਦਾ ਕਾਰਨ ਇਹ ਆ ਵੀ ਉੱਥੇ 3 ਤੋਂ 4 ਦਰਖਤ ਜਿਹੜੇ ਮੇਨ ਆ ਉਹ ਉਸੇ ਹੀ ਮੌਨਸੂਨ ਤੇ ਡਿਪੈਂਡ, ਜਿੱਥੇ ਕਰਕੇ ਉੱਥੇ ਜ਼ਿਆਦਾ ਇਹਨਾਂ ਦਰਖਤਾਂ ਦੀ ਭਰਮਾਰ ਆ। ਠੀਕ ਹੈ, ਐਬਨੀ, ਨਿੰਮ ਤੇ ਇਮਲੀ ਇਸੇ ਹੀ ਕਰਕੇ ਕਰਨਾਟਕ ਦੇ ਵਿੱਚ ਪਾਏ ਜਾਂਦੇ ਆ। ਜੇ ਤੁਹਾਨੂੰ ਏਦਾਂ ਵੀ ਪੁੱਛਿਆ ਜਾਵੇ ਵੀ ਮਾਨਸੂਨ ਵਾਪਸ ਜਾਂਦੇ ਵਕਤ ਭਾਰਤ ਦੀ ਕਿਹੜੀ ਸਟੇਟ ਦੇ ਵਿੱਚ ਜ਼ਿਆਦਾ ਵਰਖਾ ਕਰਦੀ ਆ, ਤੁਹਾਡਾ ਆਨਸਰ ਆਊਗਾ ਕਰਨਾਟਕ। ਠੀਕ ਹੈ, ਇਸ ਪੁਆਇੰਟ ਨੂੰ ਤੁਸੀਂ ਯਾਦ ਰੱਖਣਾ। ਅੱਗੇ ਆ ਜਾਓ, ਪਤਝੜੀ ਬਨਸਪਤੀ। ਪਤਝੜੀ ਨੂੰ ਤੁਸੀਂ ਸਮਝੀ ਗਏ ਹੋਗੇ, ਯਾਦ ਰੱਖਣਾ ਇਹ ਦਰਖਤ ਜਿਹੜੇ ਆ ਮੌਸਮ ਦੇ ਅਕੋਰਡਿੰਗ ਆਪਣੇ ਪੱਤੇ ਝਾੜ ਦਿੰਦੇ, ਸਹੀ ਕਰਕੇ ਅਸੀਂ ਇਹਨਾਂ ਨੂੰ ਪਤਝੜ ਕਹਿੰਦੇ ਆ। ਜਿਵੇਂ ਪਤਝੜ ਲੰਘ ਚੁੱਕੀ ਆ, ਹੁਣ ਜਿੱਦਾਂ ਲੋਹੜੀ ਵੀ ਲੰਘੀ ਆ, ਲੋਹੜੀ ਤੋਂ ਬਾਅਦ ਬਸੰਤ ਆਊਗੀ, ਆਂਦੇ ਨੇ ਆਈ ਬਸੰਤ ਤੇ ਪਾਲਾ ਉਡੰਤ, ਹਨਾ, ਬਸੰਤ ਆਊਗੀ। ਹੁਣ ਜਿਹੜੇ ਰੁੱਖਾਂ ਦੇ ਪੱਤੇ ਝੜੇ ਆ ਉਹਨਾਂ ਦੇ ਦੁਬਾਰਾ ਪੱਤੇ ਆਉਣ ਲੱਗ ਜਾਣਗੇ। ਇਹ ਪਤਝੜੀ ਬਨਸਪਤੀ ਉਹ ਆ ਜਿਹੜੇ ਮੌਸਮ ਦੇ ਅਕੋਰਡਿੰਗ ਆਪਣੇ ਪੱਤੇ ਝਾੜ ਦਿੰਦੇ ਆ ਤੇ ਬਸੰਤ ਰੁੱਤ ਆਉਣ ਤੇ ਇਹਨਾਂ ਤੇ ਦੁਬਾਰਾ ਨਵੇਂ ਪੱਤੇ ਆਉਂਦੇ। ਇਹ ਉਹ ਵਾਲੀ ਬਨਸਪਤੀ ਆ, ਇਹ ਦੱਖਣੀ ਭਾਰਤ ਵਿੱਚ ਜ਼ਿਆਦਾ ਮਿਲਦੀ ਆ। ਹੁਣ ਤੁਸੀਂ ਸੋਚੋਗੇ ਵੀ ਸਦਾਬਹਾਰ ਵੀ ਦੱਖਣੀ ਭਾਰਤ ਦੇ ਵਿੱਚ ਤੇ ਪਤਝੜੀ ਵੀ ਦੱਖਣੀ ਭਾਰਤ ਦੇ ਵਿੱਚ, ਪਰ ਇੱਥੇ ਤੁਸੀਂ ਕੀ ਦੇਖਿਆ ਵੀ ਦੱਖਣੀ ਭਾਰਤ ਦੇ ਕੁਝ ਇਲਾਕਿਆਂ ਦੀ ਗੱਲ ਹੋ ਰਹੀ ਆ, ਪੱਛਮੀ ਤੱਟ ਬੰਗਾਲ ਦੀ ਗੱਲ ਹੋ ਰਹੀ ਆ, ਅਸਾਮ ਦੀ ਗੱਲ ਹੋ ਰਹੀ ਆ, ਉੱਤਰ ਪੂਰਬੀ ਇਲਾਕੇ ਦੀ ਗੱਲ ਹੋ ਰਹੀ ਆ, ਹਿਮਾਲਿਆ ਦੀਆਂ ਹੇਠਲੀਆਂ ਢਲਾਣਾਂ ਦੀ ਗੱਲ ਹੋ ਰਹੀ ਆ। ਹੋ ਤਾਂ ਦੱਖਣੀ ਭਾਰਤ ਦੀ ਰਹੀ ਆ ਸਦਾਬਹਾਰ ਦੇ ਵਿੱਚ ਵੀ, ਪਰ ਸਦਾਬਹਾਰ ਜਿਹੜਾ ਵਾ ਉਹਦੇ ਵਿੱਚ ਦੱਖਣੀ ਭਾਰਤ ਦੇ ਕੁਝ ਕੁ ਹਿੱਸੇ ਆਉਂਦੇ ਆ ਜਿਹੜੇ ਕਿ ਆਪਾਂ ਮੈਂਸ਼ਨ ਕੀਤੇ ਆ। ਪਰ ਜਦੋਂ ਪਤਝੜੀ ਦੀ ਗੱਲ ਆਉਂਦੀ ਆ ਤਾਂ ਪਤਝੜ ਦੇ ਵਿੱਚ ਸਾਰਾ ਦਾ ਸਾਰਾ ਦੱਖਣੀ ਭਾਰਤ ਆ ਜਾਂਦਾ ਵਾ। ਇੱਥੇ ਸਾਨੂੰ ਪਤਝੜੀ ਮਿਲਦੀ ਆ। ਠੀਕ ਹੈ, ਪਤਝੜੀ ਬਨਸਪਤੀ ਮਿਲਦੀ ਆ। ਇਹਦੇ ਐਗਜ਼ਾਮਪਲ ਵੀ ਯਾਦ ਰੱਖਿਓ, ਸਾਲ, ਟੀਕ, ਬਾਂਸ, ਠੀਕ ਹੈ, ਟਾਹਲੀ ਤੇ ਖੈਰ। ਇਹ ਜਿਹੜੇ 5 ਤਰ੍ਹਾਂ ਦੇ ਦਰਖਤ ਆ ਇਹ ਪਤਝੜੀ ਦਰਖਤ ਆ। ਨਾਮ ਯਾਦ ਰੱਖਿਓ, ਸਦਾਬਹਾਰ ਕਿਹੜੇ ਸੀ, ਟੀਕ ਤੇ ਰੋਜ਼ਵੁੱਡ ਕਿੱਥੇ ਮਿਲਦੇ, ਹਿਮਾਲਿਆ ਦੀਆਂ ਹੇਠਲੀਆਂ ਢਲਾਣਾਂ ਦੇ ਵਿੱਚ। ਐਬਨੀ, ਨਿੰਮ ਤੇ ਇਮਲੀ ਕਰਨਾਟਕ ਦੇ ਵਿੱਚ, ਇਹ ਸਦਾਬਹਾਰ ਆ। ਪਤਝੜੀ ਕਿਹੜੇ ਆ, ਸਾਲ, ਟੀਕ, ਬਾਂਸ, ਟਾਹਲੀ ਤੇ ਖੈਰ, ਇਹ ਪਤਝੜੀ ਦਰਖਤ ਆ। ਇਹ ਸਾਨੂੰ ਜਿਹੜੇ ਆ ਇਹ ਕਿੱਥੇ ਮਿਲਦੇ ਆ, ਦੱਖਣੀ ਭਾਰਤ ਦੇ ਇਲਾਕੇ ਦੇ ਵਿੱਚ। ਇੱਥੇ ਜਿਹੜੀ ਆ ਵਰਖਾ ਨਾ ਤਾਂ ਜ਼ਿਆਦਾ ਹੁੰਦੀ ਆ ਨਾ ਥੋੜਾ ਹੁੰਦੀ ਆ, ਮੌਨਸੂਨ ਵਰਖਾ ਹੁੰਦੀ ਆ। ਮੌਨਸੂਨ ਮਤਲਬ ਜਦੋਂ ਮੌਸਮ ਦੇ ਅਕੋਰਡਿੰਗ ਆਪਣੇ ਪੱਤੇ ਝਾੜਦੇ ਆ, ਤੇ ਇੱਥੋਂ ਤੁਸੀਂ ਹਿਸਾਬ ਲਾਓ ਵੀ ਇਹ ਮੌਸਮੀ ਦਰਖਤ ਆ। ਠੀਕ ਆ, ਇਸ ਤੋਂ ਬਾਅਦ ਸਾਡਾ ਅਗਲਾ ਪੁਆਇੰਟ ਆਉਂਦਾ ਵਾ ਮਾਰੂਥਲੀ ਬਨਸਪਤੀ। ਠੀਕ ਹੈ, ਮਾਰੂਥਲੀ ਬਨਸਪਤੀ ਦਾ ਵੀ ਤੁਹਾਨੂੰ ਪਤਾ ਹੀ ਆ, ਬਹੁਤ ਹੀ ਘੱਟ ਮੀਂਹ ਪੈਂਦਾ। ਮਾਰੂਥਲੀ ਬਨਸਪਤੀ ਕਿੱਥੇ ਹੋਊਗੀ, ਜਿੱਥੇ ਬਹੁਤ ਹੀ ਘੱਟ ਮੀਂਹ ਪੈਂਦਾ ਵਾ, ਜਿੱਥੇ ਜ਼ਿਆਦਾਤਰ ਇਲਾਕਾ ਬੰਜਰ ਮਿਲਦਾ ਵਾ। ਠੀਕ ਹੈ, ਇਹ ਚੀਜ਼ ਤੁਸੀਂ ਯਾਦ ਰੱਖਣੀ। ਜੇ ਘੱਟ ਮੀਂਹ ਆ ਤੇ ਮਤਲਬ 75 ਸੈਂਟੀਮੀਟਰ ਦੇ ਆਸ-ਪਾਸ ਇੱਥੇ ਵਰਖਾ ਹੁੰਦੀ ਆ। ਵਿਰਲੀ ਬਨਸਪਤੀ ਹੋਊਗੀ, ਜਿੱਥੇ ਮੀਂਹ ਘੱਟ ਹੋਊਗਾ, ਵਰਖਾ ਘੱਟ ਹੋਊਗੀ, ਉੱਥੇ ਸਾਨੂੰ ਬਨਸਪਤੀ ਵੀ ਵਿਰਲੀ ਮਿਲੂਗੀ। ਠੀਕ ਆ, ਰਾਜਸਥਾਨ, ਗੁਜਰਾਤ, ਹਰਿਆਣਾ, ਠੀਕ ਆ, ਇਹ ਜਿਹੜੇ 3 ਸਟੇਟ ਨੇ ਇੱਥੇ ਸਾਨੂੰ ਮਾਰੂਥਲੀ ਬਨਸਪਤੀ ਮਿਲਦੀ ਆ। ਰਾਜਸਥਾਨ ਦੇ ਵਿੱਚ, ਗੁਜਰਾਤ ਦੇ ਵਿੱਚ ਤੇ ਹਰਿਆਣਾ, ਇਹ 3 ਸਟੇਟ ਭਾਰਤ ਦੀਆਂ ਜਿੱਥੇ 75 ਸੈਂਟੀਮੀਟਰ ਦੇ ਆਸ-ਪਾਸ ਹੀ ਵਰਖਾ ਹੁੰਦੀ ਆ, ਜਿਹਦੀ ਵਜ੍ਹਾ ਕੀ ਆ ਵੀ ਇੱਥੇ ਮਾਰੂਥਲੀ ਬਨਸਪਤੀ ਪਾਈ ਜਾਂਦੀ ਆ। ਇਹਦੀਆਂ ਐਗਜ਼ਾਮਪਲ ਕੀ ਆ, ਜੰਡ, ਖਜੂਰ, ਥੋਰਾਂ। ਥੋਰ ਕਿਹਨੂੰ ਕਹਿੰਦੇ ਨੇ ਆਪਾਂ, ਕੈਕਟਸ, ਜਿਹੜੀਆਂ ਕੰਡੇਦਾਰ ਝਾੜੀਆਂ ਹੁੰਦੀਆਂ ਵਾ ਉਹ ਇੱਥੇ ਪਾਈਆਂ ਜਾਂਦੀਆਂ ਵਾ। ਥੋਰ ਵੀ ਲਿਖਿਆ ਜਾ ਸਕਦਾ ਵਾ, ਕੰਡੇਦਾਰ ਝਾੜੀਆਂ, ਕੈਕਟਸ ਇੱਕ ਹੀ ਮਤਲਬ ਆ। ਜੰਡ, ਖਜੂਰ ਤੇ ਥੋਰ, ਕੈਕਟਸ, ਕੰਡੇਦਾਰ ਝਾੜੀਆਂ, ਇਹੋ ਜਿਹੇ ਜਿਹੜੇ ਦਰਖਤ ਆ ਉਹ ਸਾਨੂੰ ਇੱਥੇ ਮਿਲਦੇ ਆ। ਇਸ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦੀਆਂ ਹੁੰਦੀਆਂ ਵਾ, ਏਦਾਂ ਕੰਡੇ ਜੇ ਬਣੇ ਹੁੰਦੇ ਆ ਇਹਨਾਂ ਨੂੰ। ਠੀਕ ਹੈ, ਮੇਰੀ ਵੈਸੇ ਡਰਾਇੰਗ ਕੋਈ ਏਡੀ ਵਧੀਆ ਨਹੀਂ ਹੈਗੀ, ਪਰ ਮੈਂ ਤੈਨੂੰ ਬਣਾ ਕੇ ਦੱਸ ਦਿੰਨੀ ਆ ਵੀ ਇਸ ਤਰ੍ਹਾਂ ਦੇ ਨਾਲ ਇਹਨਾਂ ਦੇ ਏਦਾਂ ਦਾ ਕੈਕਟਸ ਏਦਾਂ ਦਾ ਹੁੰਦਾ ਵਾ, ਕੰਡੇ ਜੇ ਏਦਾਂ ਲੱਗੇ ਹੁੰਦੇ ਆ। ਸੋ ਇਸ ਤਰ੍ਹਾਂ ਦੀ ਜਿਹੜੀ ਮਾਰੂਥਲੀ ਬਨਸਪਤੀ ਆ ਉਹ ਸਾਨੂੰ ਗੁਜਰਾਤ, ਰਾਜਸਥਾਨ ਤੇ ਹਰਿਆਣਾ ਦੇ ਵਿੱਚ ਮਿਲਦੀ ਆ। ਤੇ ਇਹ ਜਿਹੜੀ ਲੱਕੜੀ ਆ ਬਾਲੀ ਜ਼ਿਆਦਾ ਸਾਡੇ ਲਈ ਇੰਪੋਰਟੈਂਟ ਨਹੀਂ ਹੁੰਦੀ। ਪਤਝੜੀ ਲੱਕੜੀ ਜਿਹੜੀ ਆ ਉਹ ਸਾਡੇ ਲਈ ਬਹੁਤ ਹੀ ਜ਼ਿਆਦਾ ਮਨੁੱਖੀ ਵਰਤੋਂ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਪਤਝੜੀ ਬਨਸਪਤੀ, ਮਾਰੂਥਲੀ ਵੀ ਐਡੀ ਕੁ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀ। ਠੀਕ ਆ, ਇਸ ਤੋਂ ਬਾਅਦ ਅਗਲੀ ਜਿਹੜੀ ਸਾਡੀ ਬਨਸਪਤੀ ਆ 2 ਤਰ੍ਹਾਂ ਦੀ ਰਹਿ ਗਈ, ਇੱਕ ਤਾਂ ਸਾਡੀ ਪਰਬਤੀ ਬਨਸਪਤੀ ਆ ਤੇ ਇੱਕ ਸਾਡੀ ਹੈਗੀ ਆ ਡੈਲਟਾ ਬਨਸਪਤੀ।
ਅੱਗੇ ਹੈਗੀ ਸਾਡੀ ਪਰਬਤੀ ਬਨਸਪਤੀ ਤੇ ਡੈਲਟਾ ਬਨਸਪਤੀ। ਜਿਹੜੀ ਪਰਬਤੀ ਬਨਸਪਤੀ ਆ ਇਹ ਸਾਨੂੰ ਪਰਬਤੀ ਢਲਾਣਾਂ ਤੇ ਮਿਲਦੀ ਆ, ਜਿਵੇਂ ਅਸਾਮ ਤੋਂ ਲੈ ਕੇ ਤੇ ਕਸ਼ਮੀਰ ਤੱਕ। ਜਦੋਂ ਅਸੀਂ ਅਸਾਮ ਤੋਂ ਸ਼ੁਰੂ ਹੋ ਕੇ ਕਸ਼ਮੀਰ ਤੱਕ ਜਾਵਾਂਗੇ ਤਾਂ ਅਸਾਮ ਤੋਂ ਲੈ ਕੇ ਕਸ਼ਮੀਰ ਤੱਕ ਸਾਰੀ ਦੀ ਸਾਰੀ ਸਾਨੂੰ ਪਰਬਤੀ ਬਨਸਪਤੀ ਮਿਲਦੀ ਆ। ਇਹਦੀ ਲੱਕੜੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਆ। ਕਿਹੜੇ ਕਿਹੜੇ ਦਰਖਤ ਆਉਂਦੇ ਆ ਫਿਰ ਪਰਬਤੀ ਬਨਸਪਤੀ ਦੇ ਵਿੱਚ? ਚੀਲ, ਫਰ, ਦਿਓਦਾਰ, ਠੀਕ ਆ, ਤੇ ਇਹ ਕੀ ਲਿਖਿਆ ਆ? ਓਕ, ਅਖਰੋਟ, ਮੈਪਲ, ਪਾਪੂਲਰ, ਠੀਕ ਹੈ। ਇਹਨਾਂ ਦੇ ਤੁਸੀਂ ਨਾਮ ਯਾਦ ਰੱਖਣੇ। ਜਿਹੜੀ ਮੈਂ ਬਨਸਪਤੀ ਦੇ ਤੁਹਾਨੂੰ ਨਾਮ ਕਰਵਾ ਰਹੀ ਆ ਨਾ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ। ਇਹ ਸਾਨੂੰ ਪੁੱਛੇ ਜਾਂਦੇ ਆ ਪੇਪਰ ਦੇ ਵਿੱਚ। ਚੀਲ, ਫਰ, ਦਿਓਦਾਰ, ਓਕ, ਅਖਰੋਟ ਤੇ ਠੀਕ ਆ ਮੈਪਲ, ਪਾਪੂਲਰ, ਇਹ ਜਿਹੜੇ ਦਰਖਤ ਨੇ ਪਰਬਤੀ ਬਨਸਪਤੀ ਦੇ ਅੰਡਰ ਆਉਂਦੇ ਨੇ। ਇਹ ਜਿਹੜੀ ਲੱਕੜੀ ਬਹੁਤ ਹੀ ਜ਼ਿਆਦਾ ਮਹਿੰਗੀ ਹੁੰਦੀ ਆ ਤੇ ਵਧੀਆ ਕਿਸਮ ਦੀ ਹੁੰਦੀ ਆ। ਕਿਹੜੀ ਬਨਸਪਤੀ ਦੀ ਲੱਕੜੀ? ਪਰਬਤੀ ਬਨਸਪਤੀ ਦੀ ਜਿਹੜੀ ਲੱਕੜੀ ਉਹ ਬਹੁਤ ਹੀ ਜ਼ਿਆਦਾ ਮਹਿੰਗੀ ਤੇ ਵਧੀਆ ਕਿਸਮ ਦੀ ਹੁੰਦੀ ਆ। ਇਹਦੇ ਤੋਂ ਫਰਨੀਚਰ ਤਿਆਰ ਕੀਤਾ ਜਾਂਦਾ ਵਾ। ਮਤਲਬ ਜਿੰਨਾ ਵੀ ਮਨੁੱਖੀ ਉਪਯੋਗ ਲਈ ਲੱਕੜੀ ਆ ਉਹ ਪਰਬਤੀ ਬਨਸਪਤੀ ਜ਼ਿਆਦਾਤਰ ਹੁੰਦੀ ਆ। ਕਹਿੰਦੇ ਵੀ ਪਰਬਤੀ ਬਨਸਪਤੀ ਦੀ ਪੱਟੀ ਵਿੱਚ ਕਈ ਤਰ੍ਹਾਂ ਦੇ ਫਲ ਵੀ ਮਿਲਦੇ। ਕਿਹੜੇ ਕਿਹੜੇ ਫਲ? ਸੇਬ ਹੋ ਗਿਆ, ਬਦਾਮ, ਅਖਰੋਟ ਤੇ ਆਲੂ ਬੁਖਾਰਾ। ਇਹ ਜਿਹੜੇ 4 ਤਰ੍ਹਾਂ ਦੇ ਫਲ ਨੇ ਇਹ ਜ਼ਿਆਦਾਤਰ ਸਾਨੂੰ ਪਰਬਤੀ ਬਨਸਪਤੀ ਦੇ ਵਿੱਚੋਂ ਹੀ ਮਿਲਦੇ ਆ। ਠੀਕ ਆ, ਇਸ ਨੂੰ ਤੁਸੀਂ ਯਾਦ ਰੱਖਣਾ। ਹੁਣ ਸਾਡੇ ਹੱਥੋਂ ਆਉਂਦੇ ਆ, ਕਈਆਂ ਨੂੰ ਰਾਸ਼ੇ ਕਹਿ ਦਿੰਦੇ ਆ, ਜਿਹੜਾ ਸ਼ਾਲ ਕੋਟੀਆਂ ਵੇਚਦੇ ਹੁੰਦੇ ਆ ਹਨਾ, ਉਹ ਨਾਲ ਅਖਰੋਟ ਵੀ ਲੈ ਕੇ ਆਉਂਦੇ ਹੁੰਦੇ, ਕਸ਼ਮੀਰ ਵੱਲੋਂ ਆਉਂਦੇ ਹੁੰਦੇ ਨਾ। ਸੋ ਉਸ ਹਿਸਾਬ ਨਾਲ ਤੁਸੀਂ ਥੋੜਾ ਇੱਧਰ ਜੇ ਧਿਆਨ ਕਰਕੇ ਤੁਸੀਂ ਸਮਝ ਸਕਦੇ ਹੋ। ਠੀਕ ਆ, ਉਸ ਤੋਂ ਬਾਅਦ ਸਾਡੀ ਅਗਲੀ ਹੈਗੀ ਆ ਡੈਲਟਾ ਬਨਸਪਤੀ। ਇਹ ਤਾਂ ਬਹੁਤ ਈਜ਼ੀ ਆ, ਮੈਂ ਕਿਸੇ ਕਲਾਸ ਦੇ ਵਿੱਚ ਕਰਵਾ ਚੁੱਕੀ ਆ। ਜਿਹੜੀ ਸਾਡੀ ਗੰਗਾ ਨਦੀ ਆ ਤੇ ਇੱਕ ਸਾਡੀ ਜਿਹੜੀ ਬ੍ਰਹਮਪੁੱਤਰ ਨਦੀ ਆ, ਇਹ ਕਿੱਥੇ ਡਿੱਗਦੀਆਂ ਵਾ? ਇਹ ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ ਵਾ। ਕਿੱਥੇ ਡਿੱਗਦੀਆਂ ਵਾ? ਬੰਗਾਲ ਦੀ ਖਾੜੀ ਵਿੱਚ ਡਿੱਗਦੀਆਂ ਵਾ। ਜਦੋਂ ਇਹ ਨਦੀਆਂ ਬੰਗਾਲ ਦੀ ਖਾੜੀ ਦੇ ਵਿੱਚ ਡਿੱਗਦੀਆਂ ਵਾ ਤੇ ਬੰਗਾਲ ਦੀ ਖਾੜੀ ਦੇ ਵਿੱਚ ਡਿੱਗਣ ਤੋਂ ਪਹਿਲਾਂ ਇਹ ਦੋਵੇਂ ਨਦੀਆਂ ਮਿਲ ਕੇ ਇੱਕ ਡੈਲਟੇ ਦਾ ਨਿਰਮਾਣ ਕਰਦੀਆਂ ਵਾ। ਤੇ ਉਸ ਡੈਲਟੇ ਦਾ ਨਿਰਮਾਣ ਉਹ ਜਿਹੜਾ ਡੈਲਟਾ ਵਾ ਉਹ ਤੋਂ ਫਿਰ ਕਿਹੜੇ ਸੁੰਦਰਵਨ ਡੈਲਟੇ ਦਾ ਨਿਰਮਾਣ ਹੁੰਦਾ ਵਾ। ਠੀਕ ਆ, ਸੁੰਦਰਵਨ ਡੈਲਟੇ ਦਾ ਨਿਰਮਾਣ ਹੁੰਦਾ ਵਾ। ਯਾਦ ਰੱਖਿਓ, ਪੁੱਛਿਆ ਜਾਵੇ ਕਿ ਕਿਹੜੀਆਂ ਨਦੀਆਂ ਬੰਗਾਲ ਦੀ ਖਾੜੀ ਵਿੱਚ ਡਿੱਗਣ ਤੋਂ ਪਹਿਲਾਂ ਡੈਲਟੇ ਦਾ ਨਿਰਮਾਣ ਕਰਦੀਆਂ? ਤੇ ਗੰਗਾ ਤੇ ਬ੍ਰਹਮਪੁੱਤਰ ਨਦੀ। ਤੇ ਇਸੇ ਤੋਂ ਹੀ ਫਿਰ ਕਿਹਾ ਜਾਂਦਾ ਵਾ ਗੰਗਾ ਤੇ ਬ੍ਰਹਮਪੁੱਤਰ ਵਿੱਚ ਸਾਨੂੰ ਡੈਲਟਾ ਕਿਸਮ ਦੀ ਬਨਸਪਤੀ ਮਿਲਦੀ ਆ। ਸਮੁੰਦਰੀ ਕੰਢਿਆਂ ਤੇ ਜ਼ਿਆਦਾਤਰ ਡੈਲਟਾ ਬਨਸਪਤੀ ਪਾਈ ਜਾਂਦੀ ਆ। ਇੱਥੇ ਫਿਰ ਕਿਹੜੇ ਦਰਖਤ ਪਾਏ ਜਾਣਗੇ? ਸੁੰਦਰੀ ਨਾਮ ਦੇ ਦਰਖਤ ਇੱਥੇ ਪਾਏ ਜਾਂਦੇ ਆ। ਵੈਰੀ ਸਿੰਪਲ, ਕੁਛ ਨਹੀਂ ਯਾਦ ਰੱਖਣਾ, ਬਸ ਯਾਦ ਰੱਖਣਾ ਕਿ ਗੰਗਾ ਤੇ ਬ੍ਰਹਮਪੁੱਤਰ ਜਿਹੜਾ ਏਰੀਆ ਗੰਗਾ ਬ੍ਰਹਮਪੁੱਤਰ ਬੇਸਿਨ ਕਰਵਾਇਆ ਸੀ ਨਾ ਤੁਹਾਨੂੰ, ਗੰਗਾ ਬ੍ਰਹਮਪੁੱਤਰ ਬੇਸਿਨ, ਬਸ ਇੱਥੇ ਸਾਨੂੰ ਕੀ ਮਿਲਦੀ ਆ? ਸਾਨੂੰ ਡੈਲਟਾ ਬਨਸਪਤੀ ਮਿਲਦੀ ਆ। ਕਿੱਥੇ ਹੁੰਦੀ ਆ? ਸਮੁੰਦਰੀ ਕੰਢਿਆਂ ਤੇ ਹੁੰਦੀ ਆ। ਸੁੰਦਰੀ ਨਾਮ ਦੇ ਇੱਥੇ ਦਰਖਤ ਪਾਏ ਜਾਂਦੇ ਆ ਕਿਉਂਕਿ ਗੰਗਾ ਤੇ ਬ੍ਰਹਮਪੁੱਤਰ ਨਦੀਆਂ ਬੰਗਾਲ ਦੀ ਖਾੜੀ ਦੇ ਵਿੱਚ ਡਿੱਗਣ ਤੋਂ ਪਹਿਲਾਂ ਇੱਕ ਡੈਲਟੇ ਦਾ ਨਿਰਮਾਣ ਕਰਦੀਆਂ ਵਾ, ਜਿਹਨੂੰ ਅਸੀਂ ਸੁੰਦਰਵਨ ਡੈਲਟਾ ਦੇ ਨਾਮ ਨਾਲ ਜਾਣਦੇ ਹਾਂ। ਇਹ ਆ ਸਾਡੀ ਸਾਰੀ ਦੀ ਸਾਰੀ ਬਨਸਪਤੀ ਦੀਆਂ ਕਿਸਮਾਂ। ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਆ ਉਹ ਇਹ ਆ ਕਿ ਬਹੁਤ ਸਾਰੀ ਬਨਸਪਤੀ, ਸਾਡੇ ਜੰਗਲ, ਸਾਡੇ ਜੰਗਲੀ ਜੀਵ ਖਤਮ ਹੋ ਰਹੇ ਆ। ਮਨੁੱਖ ਆਪਣੀਆਂ ਲੋੜਾਂ ਲਈ ਜੰਗਲਾਂ ਨੂੰ ਕੱਟਦਾ ਜਾ ਰਿਹਾ ਵਾ, ਮੈਦਾਨ ਬਣਦੇ ਜਾ ਰਹੇ ਆ ਜੰਗਲ। ਤੇ ਜਦੋਂ ਜੰਗਲ ਖਤਮ ਹੋਣਗੇ ਬਹੁਤ ਸਾਰੀਆਂ ਜੀਵਾਂ ਦੀਆਂ ਪ੍ਰਜਾਤੀਆਂ ਖਤਮ ਹੋਣਗੀਆਂ। ਜਦੋਂ ਪ੍ਰਜਾਤੀਆਂ ਖਤਮ ਹੋਣਗੀਆਂ, ਪੰਛੀ ਖਤਮ ਹੋਣਗੇ, ਜਾਨਵਰ ਖਤਮ ਹੋਣਗੇ, ਇਕੋਸਿਸਟਮ ਖਤਮ ਹੋ ਜਾਊਗਾ। ਠੀਕ ਆ, ਪਰ ਇਹਦੇ ਲਈ ਸਰਕਾਰ ਨੇ ਕੀ ਉਪਰਾਲੇ ਕੀਤੇ? ਭਾਰਤ ਦੇ ਵਿੱਚ ਜਿੰਨੀਆਂ ਵੀ ਪਾਰਕਾਂ ਬਣਾਈਆਂ ਗਈਆਂ, ਕੌਮੀ ਪਾਰਕਾਂ ਬਣਾਈਆਂ ਗਈਆਂ, ਕਿਹੜੇ ਕਿਹੜੇ ਐਕਟ ਬਣਾਏ ਗਏ ਆ ਇਹਨਾਂ ਜੰਗਲੀ ਮਤਲਬ ਕਿਹੜੇ ਕਿਹੜੇ ਜਾਨਵਰਾਂ ਦੇ ਖਤਮ ਹੋਣ ਤੇ ਕਿੰਨਾ ਜਾਨਵਰਾਂ ਦੇ ਸ਼ਿਕਾਰ ਕਰਨ ਤੇ ਪਾਬੰਦੀ ਲੱਗੀ ਆ, ਉਹਦੇ ਬਾਰੇ ਆਪਾਂ ਗੱਲ ਕਰਦੇ ਆ। ਠੀਕ ਆ, ਸਾਡੀ ਪੰਜਾਬ ਬੋਰਡ ਦੀ ਬੁੱਕ ਦੇ ਵਿੱਚ ਇਹਨਾਂ ਨੇ ਦੱਸਿਆ ਵਾ ਕੌਮੀ ਪਾਰਕਾਂ ਬਾਰੇ ਕੁਝ ਏਦਾਂ ਦੇ ਕਾਨੂੰਨ ਦੱਸੇ ਆ ਜਿਹਦੇ ਵਿੱਚ ਇਹਨਾਂ ਨੇ ਦੱਸਿਆ ਵਾ ਕਿ ਕਿਹੜੇ ਕਿਹੜੇ ਜੰਗਲਾਂ ਨੂੰ ਕੱਟਣਾ ਜਿਹੜਾ ਵਾ ਮਤਲਬ ਪ੍ਰਜਾਤੀਆਂ ਨੂੰ ਖਤਮ ਹੋਣ ਤੋਂ ਬਚਾਇਆ ਜਾਵੇ। ਕਿੰਨੀਆਂ ਪ੍ਰਜਾਤੀਆਂ ਖਤਮ ਹੋ ਗਈਆਂ ਜਾਨਵਰਾਂ ਪੰਛੀਆਂ ਦੀਆਂ, ਜਾਂ ਕਿੰਨੀਆਂ ਪੰਛੀਆਂ ਦੀਆਂ ਜਾਨਵਰਾਂ ਦੀਆਂ ਪ੍ਰਜਾਤੀਆਂ ਖਤਮ ਹੋਣ ਦੀ ਕਗਾਰ ਤੇ ਆ। ਇਹਦੇ ਉਲਟ NCERT ਦੇ ਵਿੱਚ ਇਹਨਾਂ ਨੇ ਪੂਰੇ ਇੰਟਰਨੈਸ਼ਨਲ ਲੈਵਲ ਤੇ ਸਾਰੀਆਂ ਕੰਟਰੀਆਂ ਦੇ ਵਿੱਚ ਬੈਠ ਕੇ
ਸਾਰੀਆਂ ਕੰਟਰੀਆਂ ਦੀਆਂ ਸਰਕਾਰਾਂ ਦੇ ਵਿੱਚ ਬੈਠ ਕੇ ਇੱਕ ਸਮਝੌਤਾ ਹੋਇਆ, ਇੱਕ ਐਸੋਸੀਏਸ਼ਨ ਬਣੀ ਆ ਜਿਹਦੇ ਵਿੱਚ ਪੂਰੇ ਵਰਲਡ ਲੈਵਲ ਤੇ ਪੂਰੇ ਵਰਲਡ ਲੈਵਲ ਤੇ ਕੁਝ ਜਾਨਵਰਾਂ ਦੇ ਸ਼ਿਕਾਰ ਕਰਨ ਤੇ ਪਾਬੰਦੀ ਆ। ਜਦੋਂ ਇਹੋ ਹੀ ਤੇ ਗੱਲ ਆ, ਸਾਡਾ NCERT ਪੜ੍ਹਨ ਦਾ ਮਕਸਦ ਇਹ ਆ ਕੋਈ ਇੰਟਰਨੈਸ਼ਨਲ ਲੈਵਲ ਦੇ ਕੁਐਸਚਨ, ਇੰਟਰਨੈਸ਼ਨਲ ਲੈਵਲ ਦੇ ਪੁਆਇੰਟ, ਹਿਸਟਰੀ ਪੜ੍ਹ ਰਹੇ ਆ ਤਾਂ ਵੀ, ਪੋਲੀਟੀਕਲ ਪੜ੍ਹ ਰਹੇ ਆ ਤਾਂ ਵੀ, ਜਿਓਗ੍ਰਾਫੀ ਪੜ੍ਹ ਰਹੇ ਆ ਤਾਂ ਵੀ, ਇੰਟਰਨੈਸ਼ਨਲ ਲੈਵਲ ਦੀਆਂ ਗੱਲਾਂ ਸਾਨੂੰ NCERT ਤੋਂ ਪਤਾ ਲੱਗਦੀਆਂ। ਸੋ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਪ੍ਰਜਾਤੀਆਂ ਨੂੰ ਬਚਾਉਣ ਦੀ ਗੱਲ ਕੀਤੀ ਆ ਉਹ NCERT ਦੇ ਵਿੱਚ ਕੀਤੀ ਆ, ਤੇ ਆਪਾਂ ਦੋਵਾਂ ਤੋਂ ਹੀ ਪੜ੍ਹ ਰਹੇ ਆ, ਆਪਾਂ ਛੱਡਣਾ ਥੋੜੀ ਆ ਕੁਝ। ਸੇ ਆਪਾਂ ਗੱਲ ਕਰਦੇ ਆ ਵੀ ਕਿਹੜੇ ਕਿਹੜੇ ਉਹ ਪਾਰਕ ਆ ਤੇ ਕਿਹੜੇ ਕਿਹੜੇ ਉਹ ਐਕਟ ਆ। ਇਸੇ ਹੀ ਤਹਿਤ ਪੂਰਾ ਇਹਨਾਂ ਨੇ ਦੱਸਿਆ ਵਾ ਸਾਡੀ ਪੰਜਾਬ ਬੋਰਡ ਦੀ ਕਿਤਾਬ ਦੇ ਵਿੱਚ 80,000 ਕਿਸਮਾਂ ਭਾਰਤ ਦੇ ਵਿੱਚ ਜਾਨਵਰਾਂ ਦੀਆਂ ਪਾਈਆਂ ਜਾਂਦੀਆਂ ਵਾ। ਯਾਦ ਰੱਖਿਓ, ਪੁੱਛਿਆ ਜਾਵੇ ਕਿ ਜਾਨਵਰਾਂ ਦੀਆਂ ਟੋਟਲ ਕਿਸਮਾਂ ਭਾਰਤ ਦੇ ਵਿੱਚ ਕਿੰਨੀਆਂ ਪਾਈਆਂ ਜਾਂਦੀਆਂ, 80,000। ਤੇ ਜੇ ਪੁੱਛਿਆ ਜਾਵੇ ਵੀ ਭਾਰਤ ਵਿੱਚ ਪ੍ਰਵਾਸੀ ਪੰਛੀ ਆਉਂਦੇ, ਕਿਉਂਕਿ ਸਾਈਬੇਰੀਆ ਤੇ ਚੀਨ ਜਿਹੜੀ ਕੰਟਰੀ ਆ, ਮਤਲਬ ਸਾਡੇ ਭਾਰਤ ਦੇ ਵਿੱਚ ਤੇ ਹਰ ਇੱਕ ਤਰ੍ਹਾਂ ਦੀ ਰੁੱਤ ਹੈਗੀ ਆ ਭਾਰਤ ਦੀਆਂ ਕੁਝ ਸਟੇਟ ਦੇ ਵਿੱਚ, ਇਸੇ ਹੀ ਕਰਕੇ ਸਾਡੇ ਭਾਰਤ ਦੇ ਵਿੱਚ ਕੁਝ ਪ੍ਰਵਾਸੀ ਪੰਛੀ ਆਉਂਦੇ ਆ। ਇਹ ਇਹਨਾਂ ਨੇ ਦੋ ਕੰਟਰੀਆਂ ਦੇ ਨਾਮ ਦੱਸੇ ਆ, ਸਾਈਬੇਰੀਆ ਤੇ ਚੀਨ। ਸਾਈਬੇਰੀਆ ਤੇ ਚੀਨ ਦੇ ਵਿੱਚੋਂ ਸਾਡੇ ਭਾਰਤ ਦੇ ਵਿੱਚ ਪ੍ਰਵਾਸੀ ਪੰਛੀ ਜਿਹੜੇ ਆ ਉਹ ਆਉਂਦੇ ਆ। ਉਸ ਤੋਂ ਬਾਅਦ ਇਹ ਜੰਗਲੀ ਜੀਵਾਂ ਨੂੰ, ਪੰਛੀਆਂ ਨੂੰ ਖਤਮ ਹੋਣ ਤੋਂ ਬਚਾਉਣ ਲਈ ਜਿਹੜਾ ਵਾ 1952 ਦੇ ਵਿੱਚ NBW ਦੀ ਸਥਾਪਨਾ ਕੀਤੀ ਗਈ। NBW ਦਾ ਮਤਲਬ I, ਠੀਕ ਹੈ, IBD ਦੀ ਸਥਾਪਨਾ ਕੀਤੀ ਗਈ, ਜਾਨੀ ਕਿ ਇੰਡੀਅਨ ਬੋਰਡ ਫॉर ਵਾਈਲਡ ਲਾਈਫ, ਠੀਕ ਹੈ, ਇੰਡੀਅਨ ਬੋਰਡ ਫॉर ਵਾਈਲਡ ਲਾਈਫ। ਕਈ ਵਾਈਲਡ ਲਾਈਫ ਬੋਲ ਦਿੰਦੇ, ਕਈ ਵਾਈਲਡ ਲਾਈਫ ਬੋਲ ਦਿੰਦੇ ਆ, ਪਰ ਮੈਂ ਵਾਈਲਡ ਲਾਈਫ ਹੀ ਬੋਲਦੀ ਆ, ਠੀਕ ਹੈ। IBW ਮਤਲਬ ਇੰਡੀਅਨ ਬੋਰਡ ਫॉर ਵਾਈਲਡ ਲਾਈਫ। ਇਹਦੀ ਸਾਨੂੰ ਫੁੱਲ ਫਾਰਮ ਵੀ ਪੁੱਛੀ ਜਾ ਸਕਦੀ ਆ, ਸੋ ਤੁਸੀਂ ਨੇ ਯਾਦ ਰੱਖਣਾ ਇੰਡੀਅਨ ਬੋਰਡ ਫॉर ਵਾਈਲਡ ਲਾਈਫ, ਜਿਹਦੀ ਸਥਾਪਨਾ 1952 ਦੇ ਵਿੱਚ ਜੰਗਲੀ ਜੀਵਾਂ ਨੂੰ ਸੁਰੱਖਿਅਤ ਰੱਖਣ ਲਈ ਤੇ ਕੁਦਰਤੀ ਬਨਸਪਤੀ ਨੂੰ ਬਚਾਉਣ ਲਈ ਕੀਤੀ ਗਈ ਸੀ। ਉਸ ਤੋਂ ਬਾਅਦ 1972 ਤੇ 2002 ਦੇ ਵਿੱਚ ਕੁਝ ਐਕਟ ਪਾਸ ਕੀਤੇ ਗਏ ਭਾਰਤ ਦੇ ਵਿੱਚ। ਇਹ ਐਕਟ ਪਾਸ ਕਰਕੇ ਭਾਰਤ ਦੇ ਵਿੱਚ ਟੋਟਲ 104 ਕੌਮੀ ਪਾਰਕਾਂ ਬਣਾਈਆਂ ਗਈਆਂ ਤੇ 551 ਜੰਗਲੀ ਜੀਵ ਪਨਾਹਗਾਹਾਂ ਬਣਾਈਆਂ ਗਈਆਂ, ਠੀਕ ਹੈ। ਇਸ ਪੁਆਇੰਟ ਨੂੰ ਤੁਸੀਂ ਨੇ ਯਾਦ ਰੱਖਣਾ ਆ, ਠੀਕ ਹੈ। ਵਾਈਲਡ ਲਾਈਫ ਸੈਂਚੁਰੀ ਜਿਹਨੂੰ ਅਸੀਂ ਕਹਿ ਦਿੰਨੇ, ਪਨਾਹਗਾਹਾਂ ਦਾ ਮਤਲਬ ਹੁੰਦਾ ਵਾ ਵਾਈਲਡ ਲਾਈਫ ਸੈਂਚੁਰੀ ਜਿਹਨੂੰ ਅਸੀਂ ਕਹਿ ਦਿੰਨੇ ਆ, ਠੀਕ ਹੈ। ਵਾਈਲਡ ਲਾਈਫ ਸੈਂਚੁਰੀਜ਼ ਜਿਹਨੂੰ ਅਸੀਂ ਕਹਿ ਦਿੰਨੇ ਆ, ਉਹਦਾ ਮਤਲਬ ਹੁੰਦਾ ਵਾ ਜੰਗਲੀ ਜੀਵ ਪਨਾਹਗਾਹਾਂ। ਕਾਊਂਟਿੰਗ ਇਹਨਾਂ ਦੀ ਯਾਦ ਰੱਖਣੀ, 104 ਕੌਮੀ ਪਾਰਕਾਂ ਵਾ ਸਾਡੇ ਭਾਰਤ ਦੇ ਵਿੱਚ ਤੇ 551 ਵਾਈਲਡ ਲਾਈਫ ਸੈਂਚੁਰੀਜ਼ ਬਣਾਈਆਂ ਗਈਆਂ, ਯਾਨੀ ਕਿ ਜੀਵ ਪਨਾਹਗਾਹਾਂ ਬਣਾਈਆਂ ਗਈਆਂ ਵਾ 1972-2002 ਦੇ ਐਕਟ ਪਾਸ ਕਰਕੇ। ਇਹਨੂੰ ਤੁਸੀਂ ਯਾਦ ਰੱਖਣਾ। ਇਹ ਸੀਗਾ ਇਹ ਵਾਲਾ ਡਾਟਾ ਜਿਹੜਾ ਦਿੱਤਾ ਵਾ, ਇਹ ਸਾਡੀ ਪੰਜਾਬ ਬੋਰਡ ਦੀ ਕਿਤਾਬ ਤੇ ਦਿੱਤਾ ਵਾ ਤੇ ਇਹਦੇ ਬਾਰੇ ਜ਼ਿਕਰ ਕਿਤੇ ਵੀ NCERT ਦੇ ਵਿੱਚ ਨਹੀਂ ਆਉਂਦਾ। ਇਸੇ ਹੀ ਕਰਕੇ ਮੇਰਾ ਮੈਥਡ ਆਫ ਟੀਚਿੰਗ ਇਹ ਰਿਹਾ ਵਾ ਕਿ ਮੈਂ ਐਨਾਲਿਸਿਸ ਕਰਕੇ ਜ਼ਰੂਰ ਪੜਾਉਣੀ ਹੁੰਦੀ ਆ। ਇਸੇ ਹੀ ਕਰਕੇ ਜਿਹੜਾ ਪੁਆਇੰਟ NCERT ਤੇ ਨਹੀਂ ਦਿੱਤਾ ਉਹ ਆਪਾਂ ਆਪਣੀ ਪੰਜਾਬ ਬੋਰਡ ਦੀ ਬੁੱਕ ਤੋਂ ਕਰ ਲਿਆ ਵਾ, ਜਿਹਦਾ ਇੱਥੇ ਨਹੀਂ ਦਿੱਤਾ ਉਹ ਆਪਾਂ ਇੱਥੋਂ ਕਰਾਂਗੇ। ਇੱਥੇ ਫਿਰ ਕਿਹੜਾ ਦਿੱਤਾ ਵਾ, ਇਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ, ਯਾਨੀ ਕਿ ਸਾਰੇ ਹੀ ਕੰਟਰੀਆਂ ਦੀਆਂ ਸਰਕਾਰਾਂ ਨੇ ਇਕੱਠੀਆਂ ਹੋ ਕੇ ਇੱਕ ਐਸੋਸੀਏਸ਼ਨ ਬਣਾਈ, CITES ਐਸੋਸੀਏਸ਼ਨ ਦੀ ਸਥਾਪਨਾ ਕੀਤੀ, ਜਿਹਦੇ ਵਿੱਚ ਇਹਨਾਂ ਨੇ ਕੁਝ ਜਾਨਵਰਾਂ ਦੇ ਸ਼ਿਕਾਰ ਤੇ ਪਾਬੰਦੀ ਲਗਾਈ ਤੇ ਉਹਨਾਂ ਜਾਨਵਰਾਂ ਦਾ ਜੇ ਕੋਈ ਸ਼ਿਕਾਰ ਕਰਦਾ ਵਾ ਤੇ ਉਹ ਕਾਨੂੰਨੀ ਜੁਰਮ ਮੰਨਿਆ ਜਾਊਗਾ। ਇਹਦੀ ਫੁੱਲ ਫਾਰਮ ਆ ਜਿਹੜਾ ਮੈਂ ਲਿਖਿਆ ਬਹੁਤ ਜ਼ਿਆਦਾ ਇੰਪੋਰਟੈਂਟ ਆ। ਉੱਥੇ ਜਦੋਂ ਤੁਹਾਨੂੰ ਐਡੀ ਵੱਡੀ ਫੁੱਲ ਫਾਰਮ ਪੁੱਛ ਲਈ ਨਾ ਤੇ ਤੁਹਾਡੇ ਮੂੰਹ ਖੁੱਲੇ ਰਹਿ ਜਾਣੇ ਉੱਥੇ, ਠੀਕ ਆ। ਇਹ NCERT ਦੇ ਵਿੱਚ ਦਿੱਤਾ ਵਾ, ਦਾ ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਇਨ ਇੰਟਰਜੈਂਟ ਸ਼ਿਪਸ਼ਿਪ ਆਫ ਸਪੀਸ਼ਪ ਆ, ਸੋ ਸਪੈਲਿੰਗ ਮਿਸਟੇਕ ਹੋ ਸਕਦੀ ਆ। ਸਪੀਸ਼ਪ ਤੁਸੀਂ ਇੱਕ ਵਾਰੀ ਸਪੈਲਿੰਗ ਦੇਖ ਲਿਓ, ਗੂਗਲ ਤੇ ਸਰਚ ਕਰਕੇ ਵੇਖ ਲਿਓ ਇਹਦੀ ਫੁੱਲ ਫਾਰਮ। ਸ਼ਾਇਦ ਮੈਨੂੰ ਲੱਗਦਾ ਇੱਥੇ ਕੋਈ ਮਿਸਟੇਕ ਮੇਰੇ ਤੋਂ ਹੋ ਗਈ ਹੋਊਗੀ, ਠੀਕ ਆ। ਦਾ ਕਨਵੈਨਸ਼ਨ ਔਨ ਇੰਟਰਨੈਸ਼ਨਲ ਟ੍ਰੇਡ ਇਨ ਇੰਟਰਜੈਂਟ ਸਪੀਸ਼ਪ ਆਫ
ਵਿਲਡ ਫੌਨਾ ਐਂਡ ਫਲੋਰਾ, ਵਿਲਡ ਫੌਨਾ ਐਂਡ ਫਲੋਰਾ ਇਹ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਇੱਕ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਗਈ ਆ। ਇਹਦੇ ਤਹਿਤ 5000 ਜਿਹੜੇ ਪਸ਼ੂ 5000 ਪਸ਼ੂਆਂ ਦੀਆਂ ਪ੍ਰਜਾਤੀਆਂ ਸੁਰੱਖਿਅਤ ਰੱਖੀਆਂ ਗਈਆਂ ਵਾ ਤੇ 28000 ਜਿਹੜੇ ਆ 28000 ਜਿਹੜੀ ਕੁਦਰਤੀ ਬਨਸਪਤੀ ਆ ਪੌਦੇ ਆ ਉਹਨਾਂ ਨੂੰ ਸੁਰੱਖਿਅਤ ਰੱਖਿਆ ਗਿਆ ਵਾ। ਜੇਕਰ ਉਹਨਾਂ ਨੂੰ ਮਨੁੱਖ ਕੱਟਦਾ ਵਾ ਤੇ ਕਾਨੂੰਨੀ ਜੁਰਮ ਆ। ਉਹਨਾਂ 28000 ਪ੍ਰਜਾਤੀਆਂ ਦੀਆਂ ਪੌਦਿਆਂ ਦੀਆਂ ਪ੍ਰਜਾਤੀਆਂ ਤੇ 5000 ਪਸ਼ੂਆਂ ਦੀਆਂ ਪ੍ਰਜਾਤੀਆਂ, ਉਹਨਾਂ ਦੇ ਨਾਮ ਸਾਡੇ ਲਈ ਕੁਝ ਜ਼ਿਆਦਾ ਇੰਪੋਰਟੈਂਟ ਨਹੀਂ ਰੱਖਦੇ, ਸਾਡੇ ਲਈ ਇੰਪੋਰਟੈਂਟ ਰੱਖਦੇ ਆ ਇਹਨਾਂ ਦੀ ਗਿਣਤੀ ਪਲੱਸ ਇਹਨਾਂ ਨੂੰ ਬਚਾਉਣ ਲਈ ਜਿਹੜੀਆਂ ਸਾਡੇ ਕੁਝ ਐਕਟ ਪਾਸ ਕੀਤੇ ਗਏ, ਉਹ ਜਿਹੜੀਆਂ ਕੁਝ ਸਾਡੇ ਕੌਮੀ ਪਾਰਕਾਂ ਬਣਾਈਆਂ ਗਈਆਂ, ਉਹ ਜਿਹੜੀਆਂ ਸਾਡੇ ਕੁਝ ਵਿਲਡ ਲਾਈਫ ਸੈਂਚੁਰੀਜ਼ ਬਣਾਈਆਂ ਗਈਆਂ, ਉਹ ਇਹ ਸੀ ਸਾਡਾ ਸਾਰਾ ਦਾ ਸਾਰਾ ਚੈਪਟਰ ਜਿਹੜਾ ਅਸੀਂ ਐਨਾਲਿਸਿਸ ਕਰਕੇ ਪੜਿਆ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ। ਕੁਦਰਤੀ ਬਨਸਪਤੀ, ਜੰਗਲੀ ਜੀਵ, ਇਹਦੇ ਵਿੱਚ ਹੀ ਮਿੱਟੀ ਦੇ ਬਾਰੇ ਗੱਲ ਆਉਂਦੀ, ਇਹਦੇ ਵਿੱਚ ਹੀ ਪਾਣੀ ਦੇ ਬਾਰੇ ਗੱਲ ਹੁੰਦੀ ਆ। ਸੋ ਇਸੇ ਹੀ ਤਰ੍ਹਾਂ ਸਾਡਾ ਦੂਜਾ ਚੈਪਟਰ ਜਿਹੜਾ ਵਾ ਖਤਮ ਹੁੰਦਾ ਵਾ ਤੇ ਇਹ ਜਿਹੜਾ ਕੁਦਰਤੀ ਬਨਸਪਤੀ ਵਾਲਾ ਚੈਪਟਰ ਆ ਜਾਂ ਜੰਗਲਾਂ ਬਾਰੇ, ਕੁਦਰਤੀ ਬਨਸਪਤੀ ਦੇ ਬਾਰੇ, ਇਹ ਸਾਰਾ ਜਿਹੜਾ ਅਸੀਂ ਐਨਾਲਿਸਿਸ ਕਰਕੇ ਪੜਿਆ ਪੰਜਾਬ ਬੋਰਡ ਤੋਂ ਵੀ ਤੇ NCERT ਤੋਂ ਵੀ ਬਹੁਤ ਸੋਹਣੇ ਤਰੀਕੇ ਦੇ ਨਾਲ। ਤੇ ਇਹ ਚੈਪਟਰ ਸਾਡਾ ਹੁੰਦਾ ਵਾ ਖਤਮ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਕਰਾਂਗੇ ਇਸੇ ਹੀ ਕਲਾਸ ਦਾ 8ਵੀਂ ਕਲਾਸ ਦੀ ਜਿਓਗ੍ਰਾਫੀ ਦਾ ਤੀਜਾ ਚੈਪਟਰ ਤੇ ਦੇਖਾਂਗੇ ਕਿ ਉਹਦੇ ਵਿੱਚ ਆਪਾਂ ਨੂੰ ਕਿਹੜੀਆਂ ਗੱਲਾਂ ਪਤਾ ਲੱਗਦੀਆਂ ਵਾ ਜਿਓਗ੍ਰਾਫੀ ਦੀਆਂ ਨਵੀਆਂ ਤੋਂ ਨਵੀਆਂ ਗੱਲਾਂ। ਸੋ ਜੇਕਰ ਤੁਹਾਨੂੰ ਮੇਰਾ ਕਰਵਾਇਆ ਹੋਇਆ ਕੰਟੈਂਟ ਵਾਕਿਆ ਹੀ ਬਹੁਤ ਰੈਲੇਵੈਂਟ ਲੱਗਦਾ ਵਾ ਤੇ ਤੁਸੀਂ ਕਮੈਂਟ ਕਰਕੇ ਐਪਰੀਸ਼ੀਏਟ ਜ਼ਰੂਰ ਕਰਿਆ ਕਰੋ, ਬਹੁਤ ਜ਼ਿਆਦਾ ਮਿਹਨਤ ਲੱਗਦੀ ਆ। ਠੀਕ ਆ, ਜੇਕਰ ਤੁਹਾਨੂੰ ਕਮੈਂਟ ਕਰਨ ਲਈ ਕੋਈ ਸ਼ਬਦ ਨਹੀਂ ਮਿਲਦੇ, ਸਰਬ ਸੋਸ਼ਲ ਸਟੱਡੀਜ਼ ਲਿਖ ਦਿਆ ਕਰੋ, ਕਮੈਂਟ ਕਰਕੇ ਜ਼ਰੂਰ ਜਾਇਆ ਕਰੋ। ਜੇਕਰ ਲਾਈਕ ਕਰਦੇ ਆ ਤੇ ਲਾਈਕ ਕਰਨ ਦੇ ਨਾਲ ਨਾਲ ਕਮੈਂਟ ਵੀ ਕਰ ਦਿਆ ਕਰੋ, ਕੀ ਜਾਂਦਾ ਤੁਹਾਡਾ, ਹਨਾ, ਮੈਨੂੰ ਕਿੰਨੀ ਖੁਸ਼ੀ ਮਿਲਦੀ ਆ। ਸੋ ਇਹਦੇ ਨਾਲ ਕੀ ਹੁੰਦਾ ਵਾ ਕਿ ਜਿੰਨਾ ਜ਼ਿਆਦਾ ਤੁਸੀਂ ਵੱਧ ਲਾਈਕ ਕਰੋਗੇ ਓਨਾ ਜ਼ਿਆਦਾ ਬਾਕੀ ਬੱਚਿਆਂ ਤੱਕ ਵੀਡੀਓ ਆਪਣੇ ਆਪ ਰეკਮੈਂਡ ਹੋ ਜੂਗੀ। ਠੀਕ ਆ, ਸੋ ਜ਼ਰੂਰ ਐਪਰੀਸ਼ੀਏਟ ਕਰਿਆ ਕਰੋ। ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।